ਚੈਨਲ 769 ਵੱਲੋਂ ਸਾਰੇ ਦੇਖਣ ਵਾਲੇ ਭੈਣਾਂ ਤੇ ਭਰਾਵਾਂ ਨੂੰ ਵੈਰੀ ਵੈਲਕਮ। ਹਰ ਹਫਤੇ ਦੀ ਤਰ੍ਹਾਂ ਇੱਕ ਵਾਰ ਫਿਰ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਔਰ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਇਮੀਗ੍ਰੇਸ਼ਨ ਔਰ ਫੈਮਿਲੀ ਲਾਅ ਦੇ ਮੁਤਾਲਿਕ ਤੁਹਾਡੀ ਜਿੰਨੀਆਂ ਵੀ ਪਰੇਸ਼ਾਨੀਆਂ ਹੈ ਸਾਰੀਆਂ ਸੌਰਟ ਆਊਟ ਹੋ ਜਾਣ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਕਿਸੇ ਤਰ੍ਹਾਂ ਦੀ ਕੋਈ ਵੀ ਇਮੀਗ੍ਰੇਸ਼ਨ ਦੀ ਪ੍ਰੋਬਲਮ ਹੈ ਜਾਂ ਫੈਮਿਲੀ ਲਾਅ ਦੀ ਪ੍ਰੋਬਲਮ ਹੈ ਜ਼रूर टेलीफोन करना। तुसी तो जानते ही हो डलसन सोलिसिटर के माहिर वकील दलजीत जी जो साढ़े नाल होंदे हैं वो इमिग्रेशन के एक्सपर्ट हैं और फैमिली लॉ के एक्सपर्ट हैं और इस लॉकडाउन के बावजूद भी संगत टीवी ते हाजिर हैं क्योंकि तुहाडी परवाह करते हैं। इस करके वकील दलजीत जी सत श्री अकाल। सत श्री अकाल विक्की, थैंक यू वेरी मच। तुहाडा ऑफिस खुल गया? हाँ जी विक्की, असी हुण वंस ए वीक ऑफिस खोलते हैं। ਜਿਹੜੇ ਅਰਜੈਂਟ ਕੇਸਿਸ ਹੁੰਦੇ ਆ ਅਸੀਂ ਉਹਨਾਂ ਨੂੰ ਸਿਰਫ ਉਹੀ ਕਲਾਇੰਟ ਦੇਖਦੇ ਆ, ਪਰ ਕਲਾਇੰਟਸ ਨੂੰ ਅਸੀਂ ਬਹੁਤ ਸਟ੍ਰਿਕਟ ਕਲਾਇੰਟਸ ਨੂੰ ਬਹੁਤ ਹੀ ਸਟ੍ਰਿਕਟ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਕਿ ਜੇ ਤੁਸੀਂ ਸਾਨੂੰ ਦੇਖਣਾ ਆ ਤਾਂ ਮਾਸਕ ਪਾ ਕੇ ਆਉਣਾ ਆਫਿਸ ਦੇ ਵਿੱਚ। ਅੱਛਾ ਜੀ। ਤੇ ਸੋਸ਼ਲ ਡਿਸਟੈਂਸਿੰਗ ਹੈ ਜਿਹੜੀ ਉਹ ਰੱਖ ਕੇ ਅਸੀਂ ਜਿਹੜਾ ਵੱਡਾ ਮੀਟਿੰਗ ਰੂਮ ਆ ਅਸੀਂ ਸਿਰਫ ਕਲਾਇੰਟਸ ਨੂੰ ਉੱਥੇ ਹੀ ਦੇਖਦੇ ਆ। ਠੀਕ ਹੈ ਫੇਸ ਟੂ ਫੇਸ। ਹਾਂਜੀ, ਫੇਸ ਟੂ ਫੇਸ ਦੇਖਦੇ ਆ ਪਰ ਸੋਸ਼ਲ ਡਿਸਟੈਂਸਿੰਗ ਦੇ ਨਾਲ, ਤੇ ਕਲਾਇੰਟਸ ਨੇ ਮਾਸਕ ਪਾ ਕੇ ਆਉਣਾ। ਇਹ ਅਨਦਰ ਥਿੰਗ ਅਸੀਂ ਕਲਾਇੰਟਸ ਨੂੰ ਆਪਣੇ ਨੂੰ ਰਿਕੁਐਸਟ ਕਰਦੇ ਆ ਵੀ ਜਦੋਂ ਸਾਡੇ ਆਫਿਸ ਆਉਣ ਇੱਕ ਜਾਂ ਦੋ ਜਣੇ ਤੋਂ ਜ਼ਿਆਦਾ ਜਿਹਦਾ ਜ਼ਰੂਰੀ ਕੰਮ ਆ, ਜਿਹਦੇ ਸਿਗਨੇਚਰ ਚਾਹੀਦੇ ਆ ਜਾਂ ਜਿਹਨੂੰ ਜ਼ਿਆਦਾ ਕੇਸ ਦੀ ਹਿਸਟਰੀ ਪਤਾ ਉਹੀ ਆਵੇ। ਮਤਲਬ ਸਾਰੀ ਫੈਮਿਲੀ 2 ਜਣਿਆਂ ਤੋਂ ਜ਼ਿਆਦਾ ਸਾਡੇ ਆਫਿਸ ਪਲੀਜ਼ ਨਾ ਆਉਣ। ਠੀਕ ਹੈ। ਤੇ 1 ਜੂਨ ਤੋਂ ਅਸੀਂ ਹੋਪਫੁਲੀ ਫੁੱਲ ਟਾਈਮ ਜਿਹੜਾ ਆਫਿਸ ਖੋਲ ਲੈਣਾ ਹੈ ਐਂਡ ਦੈਨ ਆਬਵੀਅਸਲੀ ਅਸੀਂ ਦਰਸ਼ਕਾਂ ਨੂੰ ਅਪਡੇਟ ਕਰਦੇ ਰਹਾਂਗੇ। ਦੈਟ ਵਿਲ ਬੀ ਵੈਰੀ ਨਾਈਸ ਇਨਡੀਡ। ਇੱਕ ਸੋਲ ਰੈਪ ਵੀਜ਼ਾ ਹੁੰਦਾ ਹੈ, ਉਹਦੇ ਬਾਰੇ ਹੁਣੇ ਸੁਣਿਆ। ਸੋਲ ਰੈਪ ਵੀਜ਼ਾ ਕੀ ਹੁੰਦਾ ਹੈ? ਵਿਕੀ ਇਹ ਟਾਇਰ 2 ਵੀਜ਼ਾ ਹੁੰਦਾ ਹੈ ਸੋਲ ਰੈਪ ਵੀਜ਼ਾ। ਅਰੇ ਕਿੰਨਾਂ ਨੂੰ ਮਿਲਦਾ ਹੈ? ਹਾਂਜੀ, ਇਹ ਆਊਟ ਆਫ ਕੰਟਰੀ ਵੀਜ਼ਾ ਹੁੰਦਾ। ਜਿਸ ਤਰ੍ਹਾਂ ਮੰਨ ਲਓ ਮੈਂ ਤੁਹਾਨੂੰ ਐਗਜ਼ਾਮਪਲ ਦਿੰਨੀ, ਜਿਹੜੇ ਇੰਡੀਆ ਤੋਂ ਜਿਨ੍ਹਾਂ ਦੇ ਬਿਜ਼ਨਸ ਹੈਗੇ ਨਾ ਉਹ ਆਪਣੇ EMPLOYEES ਨੂੰ ਐਜ਼ ਅ ਸੋਲ ਰੈਪ UK ਭੇਜ ਸਕਦੇ ਆ। ਉਹ ਕਾਹਦੇ ਲਈ ਭੇਜ ਸਕਦੇ ਆ? ਇੱਥੇ ਆ ਕੇ ਉਹ ਆਪਣੇ ਬਿਜ਼ਨਸ ਦੀ ਹੋਰ ਬ੍ਰਾਂਚ ਸੈਟਅਪ ਕਰ ਸਕਦੇ ਆ। ਇੱਥੇ ਆ ਕੇ ਦੂਸਰੇ ਬਿਜ਼ਨਸਿਸ ਦੇ ਨਾਲ ਡੀਲ ਕਰ ਸਕਦੇ ਆ ਜਾਂ ਆਪਣਾ ਹੋਰ ਬਿਜ਼ਨਸ ਸੈਟਅਪ ਕਰ ਸਕਦੇ ਆ, ਫਰੈਂਚਾਈਜ਼ ਡਿਸਕਸ ਕਰ ਸਕਦੇ ਆ ਜਾਂ ਆਪਣੇ ਬਿਜ਼ਨਸ ਨੂੰ ਅੱਗੇ ਐਕਸਟੈਂਡ ਕਰਨਾ ਚਾਹੁੰਦੇ ਆ ਤਾਂ ਆਪਣੇ ਕਿਸੇ ਵੀ ਰੈਪ ਨੂੰ ਉਹ ਇੰਡੀਆ ਤੋਂ ਇੱਥੇ UK ਭੇਜ ਸਕਦੇ ਆ। ਉਹ ਜਿਹੜਾ ਵੀਜ਼ਾ ਮਿਲਦਾ ਉਹਨਾਂ ਦੇ EMPLOYEE ਨੂੰ ਉਹਨੂੰ ਸੋਲ ਰੈਪ ਵੀਜ਼ਾ ਕਹਿੰਦੇ ਆ। ਅੱਛਾ ਜੀ। ਠੀਕ ਹੈ। ਜਿਹੜਾ ਉਹਨਾਂ ਦਾ EMPLOYEE ਹੁੰਦਾ ਉਹਦੀ ਨੌਲੇਜ, ਉਹਦਾ ਐਕਸਪੀਰੀਅੰਸ ਜਿਹੜਾ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਉਹਨੂੰ ਆਪਣਾ ਬਿਜ਼ਨਸ ਜੋ ਆਲਰੇਡੀ ਓਵਰਸੀਜ਼ ਬਿਜ਼ਨਸ ਹੈਗਾ ਆ ਉਹਦੇ ਬਾਰੇ 'ਚ ਪੂਰੀ ਨੌਲੇਜ ਹੋਣੀ ਚਾਹੀਦੀ ਆ। ਪਰ ਇਹਦੀਆਂ ਕੁਝ ਕੰਡੀਸ਼ਨਾਂ ਹੁੰਦੀਆਂ ਨੇ। ਪਹਿਲਾਂ ਜਿਹੜਾ ਸੋਲ ਰੈਪ ਵੀਜ਼ਾ 3 ਇਅਰਸ ਦਾ ਮਿਲਦਾ ਤਾਂ ਫਿਰ ਉਸ ਤੋਂ ਬਾਅਦ 2 ਇਅਰਸ ਦੀ ਐਕਸਟੈਂਸ਼ਨ ਹੋ ਜਾਂਦੀ ਹੈ। ਐਕਸਟੈਂਸ਼ਨ ਤਾਂ ਹੁੰਦੀ ਹੈ ਜੇ ਤੁਸੀਂ ਕੰਡੀਸ਼ਨਾਂ ਜਿਹੜੀਆਂ लगातार पूरियां करते रहते हैं। काला अक्षर भैंस बराबर बड़ी जल्दी से दिमाग के ऊपर से चला गया है। सभी भाई और बहन बड़े ध्यान से इस बात के बारे में सुने क्योंकि साढ़े बहुत सारे लोग इस तरह के जिन्हों के जलंधर, अमृतसर, पंजाब दे विच और ईवन चंडीगढ़ एंड न्यू दिल्ली बिजनेसिस हैं। ये सोल रैप वीज़ा उन्होंने बेनीफिशियल हो सकता है ਜਿਹੜੇ ਉਹਨਾਂ ਦੇ ਬੰਦਿਆਂ ਨੇ ਇੱਥੇ ਆਣਾ ਹੈ। ਮਤਲਬ ਕਿ ਹਾਂਜੀ ਬਿਜ਼ਨਸ ਇੱਥੇ ਆ ਕੇ ਆਪਣਾ ਬਿਜ਼ਨਸ ਐਕਸਟੈਂਡ ਕਰਨਾ ਹੈ, ਸੈਟਅਪ ਕਰਨਾ ਹੈ। ਪਰ ਜਿਹੜਾ ਉਹਨਾਂ ਦਾ ਮੇਨ ਆਫਿਸ ਆ ਬਿਜ਼ਨਸ ਦਾ ਹੈੱਡਕੁਆਟਰ ਉਹ ਓਵਰਸੀਜ਼ ਹੀ ਆਉਣਾ ਚਾਹੀਦਾ ਹੈ। ਇੱਥੇ ਸਿਰਫ ਆਪਣੀ ਬ੍ਰਾਂਚ ਐਕਸਟੈਂਡ ਕਰ ਸਕਦੇ ਆ। ਅੱਛਾ ਜੀ। ਇੱਕ ਵਾਰ ਇਹ ਸੁਣਿਆ ਸੀਗਾ ਕਿ ਕਾਫੀ ਪੈਸੇ ਵੀ ਲੱਗਦੇ ਆ। ਉਹ ਬਿਜ਼ਨਸ ਵੀਜ਼ਾ ਹੁੰਦਾ ਵਿੱਕੀ, ਉਹ ਡਿਫਰੈਂਟ ਹੁੰਦਾ। ਇਹਦੇ ਤੇ ਕੋਈ ਪੈਸਾ ਵੀ ਨਹੀਂ ਲੱਗੇਗਾ? ਹਾਂਜੀ ਨਹੀਂ, ਇਹਦੇ ਤੇ ਇਸ ਤਰ੍ਹਾਂ ਸਪੈਸੀਫਿਕਲੀ ਕੋਈ ਪੈਸਾ ਨਹੀਂ ਲੱਗੇਗਾ ਪਰ ਵੀਜ਼ਾ ਫੀਸ ਲੱਗੇਗੀ। ਪਲੱਸ ਜਿਹੜਾ ਬਿਜ਼ਨਸ ਆ ਉਹ ਜਿਹਦੇ ਨਾਲ ਤੁਸੀਂ ਡੀਲ ਕਰਨੀ ਹੈ ਤਾਂ ਉਹਨਾਂ ਨਾਲ ਤੁਹਾਡਾ ਹਿਸਾਬ ਕਿਤਾਬ ਹੈ ਨਾ ਵੀ ਕਿਸ ਤਰ੍ਹਾਂ ਦਾ ਵੀਜ਼ਾ ਕਰਨਾ ਹੈ। ਠੀਕ ਹੈ। ਵੀ ਬਿਜ਼ਨਸ ਸੈਟਅਪ ਕਰਨ ਨੂੰ ਜਿਹੜਾ ਪੈਸਾ ਲੱਗਣਾ ਜਾਂ ਉਹ ਤਾਂ ਲੱਗਣਾ ਹੀ ਹੈ। ਠੀਕ ਹੈ। ਪਰ ਆਬਵੀਅਸਲੀ ਵੀ ਡੋਂਟ ਨੋ ਕਿਸੇ ਦਾ ਨੇਚਰ ਆਫ ਬਿਜ਼ਨਸ ਕਿਸ ਤਰ੍ਹਾਂ ਦਾ, ਆਪਾਂ ਇਹਦੇ ਬਾਰੇ ਨਹੀਂ ਐਡਵਾਈਸ ਕਰ ਸਕਦੇ। ਅੱਛਾ ਜੀ। ਇਹਦਾ ਪੇਪਰ ਵਰਕ ਤੁਸੀਂ ਕਰ ਸਕਦੇ ਹੋ? ਜੀ ਅਸੀਂ ਜਿਹੜਾ ਬਿਜ਼ਨਸ ਵੀਜ਼ਾ ਉਹਦਾ ਜਿਹੜਾ ਸੋਲ ਰੈਪ ਵੀਜ਼ਾ ਹੈ ਹਾਂਜੀ ਉਹਦਾ ਪੇਪਰ ਵਰਕ ਵੀ ਕਰਦੇ ਹਾਂ ਅਸੀਂ, ਬਿਜ਼ਨਸ ਵੀਜ਼ੇ ਦਾ ਵੀ ਪੇਪਰ ਵਰਕ ਕਰਦੇ ਹਾਂ। ਐਬਸੋਲੂਟਲੀ। ਇਸ ਵੇਲੇ ਤੁਸੀਂ ਡਲसन सोलिसिटर की माहिर वकील दलजीत जी ਨੂੰ सुन रहे हो और वकील दलजीत जी आजकल लॉकडाउन की वजह करके सिर्फ संगत टीवी ਤੇ ਹੀ ਲਾਈਵ ਹੁੰਦੇ हैं। ਤੁਹਾਡੇ ਕਿਸੇ ਤਰ੍ਹਾਂ ਦੇ ਇਮੀਗ੍ਰੇਸ਼ਨ ਦੇ ਕੁਐਸਚਨ ਹੋਣ ਜਾਂ ਫੈਮਿਲੀ ਲਾਅ ਦੇ ਕੁਐਸਚਨ ਹੋਣ ਤੁਸੀਂ ਮਿਹਰਬਾਨੀ ਕਰਕੇ ਸੰਗਤ ਟੀਵੀ ਦੇ ਰਿਸੈਪਸ਼ਨ ਤੇ ਟੈਲੀਫੋਨ ਕਰੋ और प्रोग्राम ਦੇ ਵਿੱਚ ਇਹਨਾਂ ਕੋਲ ਰਾਏ ਲੈ ਸਕਦੇ ਹੋ। ਤੁਸੀਂ ਤਾਂ ਜਾਣਦੇ ਹੀ ਹੋ ਹਰ ਚੀਜ਼ ਚਰਮਰਾ ਰਹੀ ਹੈ ਲॉकडाउन ਦੀ ਵਜ੍ਹਾ ਕਰਕੇ ਤੇ ਲॉकडाउन ਦੀ ਵਜ੍ਹਾ ਕਰਕੇ ਉਹ ਜਿਹੜੇ 3 ਅਲੱਗ-ਅਲੱਗ ਜਗ੍ਹਾਵਾਂ ਸੀ ਕਮਿਊਨਿਟੀ ਸੈਂਟਰ ਜਿੱਥੇ ਜਾ ਕੇ ਇਹ ਲੋਕਾਂ ਨੂੰ ਬਿਲਕੁਲ ਫ੍ਰੀ ਰਾਏ ਦਿੰਦੇ ਹੁੰਦੇ ਸੀ, ਅੱਜ ਕੱਲ੍ਹ ਉੱਥੇ ਨਹੀਂ ਜਾ ਪਾ ਰਹੇ हैं। लेकिन जो ही लॉकडाउन खुलेगा
ਆਫ ਕੋਰਸ ਉੱਥੇ ਜਾ ਕੇ ਇੱਕ ਵਾਰ ਫਿਰ ਇਹ ਫ੍ਰੀ ਰਾਏ ਦਿਆ ਕਰਾਂਗੇ। ਹਾਲੇ ਮਿਲਣ ਦਾ ਇੱਕੋ ਹੀ ਰਸਤਾ ਹੈ ਕਿ ਸੰਗਤ ਟੈਲੀਵਿਜ਼ਨ ਤੇ ਤੁਸੀਂ ਟੈਲੀਫੋਨ ਕਰੋ ਤੇ ਇਹਨਾਂ ਦੇ ਨਾਲ ਗੱਲ ਕਰਕੇ ਆਪਣੀ ਇਮੀਗ੍ਰੇਸ਼ਨ ਦੀ ਕੋਈ ਵੀ ਸਮੱਸਿਆ ਹੈ ਉਹਦੇ ਬਾਰੇ ਗੱਲ ਕਰ ਲਓ ਜੀ। ਜਿਨ੍ਹਾਂ ਦੇ ਲੋਕਾਂ ਦੇ ਵੀਜ਼ੇ ਖਤਮ ਹੋ ਗਏ ਹੈ, ਹੋਮ ਆਫਿਸ ਵਿੱਚ ਉਹਨਾਂ ਦੇ ਫਿੰਗਰਪ੍ਰਿੰਟਸ ਹਾਲੇ ਹੋ ਰਹੇ ਹੈ? ਵਿੱਕੀ, ਜਿਸ ਤਰ੍ਹਾਂ ਆਪਾਂ ਲਾਸਟ ਵੀਕ ਦੱਸਿਆ ਸੀ ਨਾ, ਜਿਹੜੇ ਐਪਲੀਕੇਸ਼ਨ ਆ ਉਹ ਤੁਸੀਂ ਸਬਮਿਟ ਕਰੋ ਇਨ ਟਾਈਮ ਜੀ, ਪਰ ਜਿਹੜੇ ਫਿੰਗਰਪ੍ਰਿੰਟਸ ਦਾ ਪ੍ਰੋਵੀਜ਼ਨ ਆ ਇਹਨਾਂ ਨੂੰ ਕੁਛ ਨਾ ਕੁਛ ਅਸੀਂ ਉਮੀਦ ਕਰਦੇ ਹਾਂ ਕਿ ਹੋਮ ਆਫਿਸ ਜਲਦੀ ਕੋਈ ਨਾ ਕੋਈ ਅਰੇਂਜਮੈਂਟ ਕਰੇ। ਅੱਛਾ, ਕਿਉਂਕਿ ਬਹੁਤ ਲੋਕ ਆ ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਸਬਮਿਟ ਹੋ ਚੁੱਕੀਆਂ ਆਨਲਾਈਨ ਜਾਂ ਲੋਕੀ ਕਰ ਰਹੇ ਆ। ਤਾਂ ਅਸੀਂ ਇਹੀ ਦਰਸ਼ਕਾਂ ਨੂੰ ਐਡਵਾਈਸ ਕਰਦੇ ਹਾਂ, ਜੋ ਵੀ ਕਲਾਇੰਟਸ ਸੁਣ ਰਹੇ ਆ ਇਸ ਵਕਤ ਜਿਨ੍ਹਾਂ ਦੇ ਵੀਜ਼ੇ ਖਤਮ ਹੋ ਰਹੇ ਆ, ਕਿ ਤੁਸੀਂ ਆਪਣੀ ਫਿੰਗਰਪ੍ਰਿੰਟਸ ਬੇਸ਼ੱਕ ਤੁਹਾਡੇ ਹੋ ਰਹੇ ਆ ਜਾਂ ਨਹੀਂ ਹੋ ਰਹੇ, ਪਰ ਤੁਸੀਂ ਆਪਣਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਆ ਉਹ ਅਪਡੇਟ ਰੱਖਣ ਲਈ ਤੁਸੀਂ ਆਪਣੀ ਜਿਹੜੀ ਐਪਲੀਕੇਸ਼ਨ ਆ ਉਹ ਟਾਈਮ ਸਿਰ ਸਬਮਿਟ ਕਰੋ। ਠੀਕ ਹੈ। ਦੇਰ ਕੁਝ ਪੋਸਟ ਆਫਿਸ ਹੈ 1-2 ਬਰਮਿੰਗਮ ਦੇ ਵਿੱਚ ਜਿੱਥੇ ਫਿੰਗਰਪ੍ਰਿੰਟਸ ਹੋ ਰਹੇ ਆ, ਪਰ ਉਹਨਾਂ ਵਾਸਤੇ ਹੋਮ ਆਫਿਸ ਤੁਹਾਨੂੰ ਚਿੱਠੀ ਭੇਜੇਗਾ ਤਾਂ ਫਿਰ ਤੁਸੀਂ ਪੋਸਟ ਆਫਿਸ ਜਾ ਸਕਦੇ ਆ। ਜਿਹੜੀਆਂ ਆਨਲਾਈਨ ਐਪਲੀਕੇਸ਼ਨਸ ਆ ਉਹਨਾਂ ਲਈ ਚਿੱਠੀਆਂ ਨਹੀਂ ਆ ਰਹੀਆਂ ਹਾਲੇ। ਰਾਈਟ, ਅੱਛਾ। ਤਾਂ ਇਸ ਕਰਕੇ ਫਿੰਗਰਪ੍ਰਿੰਟਸ ਆ ਜਿਹੜੇ ਹਾਲੇ 99% ਕੇਸਿਸ ਦੇ ਵਿੱਚ ਫਿੰਗਰਪ੍ਰਿੰਟਸ ਨਹੀਂ ਹੋ ਰਹੇ। ਅੱਛਾ ਜੀ। ਇੰਗਲੈਂਡ ਇੱਕ ਐਸਾ ਮੁਲਕ ਹੈ ਜਿਹਦੇ 'ਚ ਆ ਕੇ ਸੀਰੀਅਸ ਹੋ ਕੇ ਬੰਦੇ ਨੂੰ ਆਉਂਦੇ ਸਾਰੀ ਆਪਣੇ ਪੈਰ ਪੱਕੇ ਕਰਨ ਬਾਰੇ ਸੋਚਣਾ ਚਾਹੀਦਾ ਹੈ। ਜਨਰਲੀ ਲੋਕ ਆ ਕੇ ਪੈਸੇ ਕਮਾਉਣ ਦੇ ਚੱਕਰਾਂ ਦੇ ਜਿਹੜਾ ਕੀਮਤੀ ਸਮੇਂ ਹੈ ਉਹਨੂੰ ਬਰਬਾਦ ਕਰ ਦਿੰਦੇ ਆ ਔਰ ਫਿਰ ਬਿਲਕੁਲ ਇਲੀਗਲ ਹੋ ਜਾਂਦੇ ਆ। ਅੱਜ ਕੱਲ੍ਹ ਲੋਕਡਾਊਨ ਹੈ ਔਰ ਲੋਕਡਾਊਨ ਸਦਾ ਨਹੀਂ ਚੱਲਣਾ, ਤੁਹਾਨੂੰ ਅੱਛੀ ਤਰ੍ਹਾਂ ਪਤਾ ਹੈ। ਔਰ ਲੋਕਡਾਊਨ ਦੇ ਵਿੱਚ ਜਿਹੜੇ ਲੋਕ ਪੱਕੇ ਨਹੀਂ ਹੈ ਉਹਨਾਂ ਨਾਲ ਜਦੋਂ ਗੱਲ ਵੀ ਕੀਤੀ ਜਾਂਦੀ ਹੈ, ਬਈ ਹੁਣ ਤੁਹਾਨੂੰ ਰੱਬ ਨੇ ਮੌਕਾ ਦਿੱਤਾ ਹੈ, ਤੁਸੀਂ ਸੋਚ ਸਮਝ ਕੇ ਜਿਹੜਾ ਮਾਹਿਰ ਵਕੀਲ ਹੈ ਜਿਹੜੀ ਤੁਹਾਡੀ ਜ਼ੁਬਾਨ 'ਚ ਗੱਲ ਕਰੇ ਔਰ ਤੁਹਾਡੇ ਫੇਵਰ ਦੇ ਵਿੱਚ ਗੱਲ ਕਰਨ ਵਾਸਤੇ ਤੁਹਾਡੇ ਨਾਲ ਹੀ ਰਵੇ ਆਲ ਦਾ ਟਾਈਮ, ਜਦ ਤੱਕ ਤੁਸੀਂ ਪੱਕੇ ਨਹੀਂ ਹੋ ਜਾਂਦੇ ਤਾਂ ਉਹ ਕਹਿੰਦੇ ਦੇਖਾਂਗੇ, ਸੋਚਾਂਗੇ ਲੋਕਡਾਊਨ ਦੇ ਬਾਅਦ ਕੀ ਹੋਣਾ। ਸੋ ਇਟ ਇਜ਼ ਵੈਰੀ ਡੇਂਜਰਸ ਵੇ ਆਫ ਥਿੰਕਿੰਗ ਲਾਈਕ ਦਿਸ। ਵਨ ਸਟੈਪ ਰੋਂਗ, ਇੰਦਰਾ ਗਾਂਧੀ 에ਅਰਪੋਰਟ। ਅੱਗੇ ਤੁਸੀਂ ਆਪ ਸਾਰੇ ਸਿਆਣੇ। ਦਲਜੀਤ ਜੀ, ਜਿਨ੍ਹਾਂ ਲੋਕਾਂ ਦੇ ਵੀਜ਼ਾਸ ਲਿਮਿਟਿਡ ਵੀਜ਼ਾਸ ਹੈ ਜੀ, 30 ਮੰਥਸ ਵੀਜ਼ਾਸ ਜੀ, ਔਰ ਲੋਕਡਾਊਨ ਕਰਕੇ ਉਹਨਾਂ ਦੀਆਂ ਜੌਬ ਚਲੀਆਂ ਗਈਆਂ, ਉਹਨਾਂ ਦੇ ਵੀਜ਼ੇ ਤੇ ਲਿਖਿਆ ਹੈ ਕਿ no access to public funds। ਹੁਣ ਜੇ ਉਹ ਪਬਲਿਕ ਫੰਡਸ ਲੈਣਾ ਚਾਹਣ ਤਾਂ ਕੀ ਕਰ ਸਕਦੇ? ਵਿੱਕੀ, ਇਹਦੇ 2 ਤਰੀਕੇ ਨੇ। ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਕਹਿੰਦੇ ਕਿ ਜੇ ਤੁਸੀਂ ਕੰਮ ਕਰਦੇ ਸੀ, ਤੁਹਾਡੀ ਜੌਬ ਚਲੀ ਗਈ ਆ, ਭਾਵੇਂ ਤੁਹਾਡੇ ਵੀਜ਼ੇ ਤੇ ਲਿਖਿਆ ਆ no access to public funds, ਤੁਸੀਂ ਫਿਰ ਵੀ ਜਿਹੜੀ ਜੌਬ ਰਿਟੈਂਸ਼ਨ ਸਕੀਮ ਹੈ ਜਿਹੜੀ ਯੂਕੇ ਗਵਰਨਮੈਂਟ ਨੇ ਸ਼ੁਰੂ ਕੀਤੀ ਸੀਗੀ ਮਾਰਚ ਦੇ ਵਿੱਚ, ਐਂਡ ਆਫ ਮਾਰਚ ਦੇ ਵਿੱਚ, ਜੌਬ ਰਿਟੈਂਸ਼ਨ ਸਕੀਮ ਕੀ ਹੈਗੀ ਹੈ ਕਿ ਤੁਹਾਡੀ 80% ਜਿਹੜੀ ਸੈਲਰੀ ਆ ਉਹ ਤੁਹਾਡੇ EMPLOYER ਨੂੰ ਦਿੱਤੀ ਜਾਏਗੀ ਤੇ ਤੁਹਾਡਾ EMPLOYER ਉਹ 80% ਸੈਲਰੀ ਤੁਹਾਨੂੰ ਦੇਗਾ ਜੀ। ਬੇਸ਼ੱਕ ਜਦੋਂ ਤੁਸੀਂ ਸਸਪੈਂਸ਼ਨ ਦੇ ਵਿੱਚ ਜਾਂ ਤੁਸੀਂ ਘਰ ਬੈਠੇ ਆ ਜੀ, ਠੀਕ ਹੈ। ਤਾਂ ਜਿਹੜੇ ਲੋਕਾਂ ਦੇ ਕੰਮ ਚੱਲ ਰਹੇ ਸੀ, ਜਿਹੜੇ ਲੀਗਲੀ ਕੰਮ ਕਰ ਰਹੇ ਸੀ ਲੋਕ, ਤੇ ਉਹਨਾਂ ਦਾ ਰੈਕੋਰਡ ਟੈਕਸ ਡਿਪਾਰਟਮੈਂਟ ਕੋਲ ਹੈ, HMRC ਕੋਲ ਹੈ, ਜੇ ਉਹਨਾਂ ਦੀ ਜੌਬ ਚਲੀ ਗਈ ਆ ਤਾਂ ਉਹ ਭਾਵੇਂ ਉਹਨਾਂ ਦੇ ਵੀਜ਼ੇ ਤੇ ਲਿਖਿਆ ਆ no access to public funds, ਫਿਰ ਵੀ ਜੌਬ ਰਿਟੈਂਸ਼ਨ ਸਕੀਮ ਦੇ ਅੰਦਰ ਉਹ 80% ਆਪਣਾ ਲੈ ਸਕਦੇ ਆ। ਠੀਕ ਹੈ ਜੀ। ਇੱਕ ਤਾਂ ਇਹ ਬਹੁਤ ਵੱਡਾ ਫਾਇਦੇ ਵਾਲੀ ਗੱਲ ਆ ਉਹਨਾਂ ਲਈ। ਦੂਸਰਾ ਗੱਲ ਇਹ ਹੈਗੀ ਆ, ਜੇ ਤੁਹਾਡੀ ਜੌਬ ਬਿਲਕੁਲ ਚਲੀ ਗਈ ਆ, ਤੁਹਾਡਾ ਕੰਮ ਸੈਲਫ EMPLOYED ਸੀਗੇ ਤੁਸੀਂ, ਤਾਂ ਤੁਸੀਂ ਕੋਈ ਵੀ ਹੋਰ ਤੁਹਾਡੇ ਕੋਲ ਬੈਨੀਫਿਟ ਦਾ ਸਾਧਨ ਨਹੀਂ ਹੈਗਾ, ਤਾਂ ਤੁਹਾਡੇ ਕੋਲ ਬੈਨੀਫਿਟ ਦਾ ਕੋਈ ਵੀ ਹੋਰ ਸਾਧਨ ਨਹੀਂ ਹੈਗਾ, ਤੁਸੀਂ ਸੈਲਫ EMPLOYED ਸੀਗੇ, ਤਾਂ ਤੁਸੀਂ ਯੂਨੀਵਰਸਲ ਕ੍ਰੈਡਿਟ ਲੈ ਸਕਦੇ। ਠੀਕ ਹੈ ਜੀ। ਠੀਕ ਹੈ। ਦੂਸਰੀ ਗੱਲ, ਜੇ ਤੁਸੀਂ ਯੂਨੀਵਰਸਲ ਕ੍ਰੈਡਿਟ ਵੀ ਨਹੀਂ ਲੈ ਸਕਦੇ, ਉਹਦੇ ਨਾਲ ਤੁਹਾਡਾ ਗੁਜ਼ਾਰਾ ਨਹੀਂ ਹੋ ਰਿਹਾ, ਤੁਸੀਂ ਦੂਸਰੇ ਬੈਨੀਫਿਟ ਲੈਣਾ ਚਾਹੁੰਦੇ ਹੋ, ਤੁਹਾਡੇ ਬੱਚੇ ਛੋਟੇ ਆ, ਕੋਈ ਵੀ ਬੱਚਾ ਤੁਹਾਡਾ ਅੰਡਰ 18 ਆ, ਤਾਂ ਤੁਸੀਂ ਹੋਮ ਆਫਿਸ ਕੋਲ ਇੱਕ ਐਪਲੀਕੇਸ਼ਨ ਹੈ, ਉਸ ਐਪਲੀਕੇਸ਼ਨ ਦੇ ਤਹਿਤ ਤੁਸੀਂ ਉਹ ਐਪਲੀਕੇਸ਼ਨ ਆਨਲਾਈਨ ਕੰਪਲੀਟ ਕਰੋ। ਉਹਦੇ ਵਿੱਚ ਹੋਮ ਆਫਿਸ ਨੂੰ ਆਪਣਾ ਦੱਸੋ ਕਿ ਸਾਡੇ ਜਿਹੜੇ ਹਾਲਾਤ ਆ ਉਹ ਚੇਂਜ ਹੋ ਗਏ ਆ, ਜਦੋਂ ਅਸੀਂ ਵੀਜ਼ਾ ਲਿਆ ਸੀ ਸਾਡੇ ਕੋਲ ਜੌਬ ਸੀ, ਹੁਣ ਸਾਡੀ ਜੌਬ ਚਲੀ ਗਈ ਆ, ਸਾਡਾ ਗੁਜ਼ਾਰਾ ਨਹੀਂ ਹੁੰਦਾ, ਸਾਡਾ ਬੱਚਾ ਅਸੀਂ ਉਹਨੂੰ ਮਤਲਬ ਖਾਣਾ ਨਹੀਂ ਦੇ ਸਕਦੇ ਜਾਂ ਉਹਦੇ ਬੇਸਿਕ ਜਿਹੜੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੇ, ਤਾਂ ਤੁਸੀਂ ਜਿਹੜਾ ਸਾਡੀ ਕੰਡੀਸ਼ਨ ਆ no access to public funds ਇਹ ਰਿਮੂਵ ਕਰ ਦਿਓ। ਠੀਕ ਹੈ। ਤਾਂ ਜੈਨੂਇਨ ਕੇਸਿਸ ਦੇ ਵਿੱਚ ਉਹ ਜ਼ਰੂਰ ਰਿਮੂਵ ਕਰਨਗੇ। ਐਬਸੋਲੂਟਲੀ। ਪਰ ਇਫ ਯੂ ਡੂਇੰਗ ਇਟ ਫॉर no ਰੀਜ਼ਨ, ਤੁਹਾਡੇ ਕੋਲ ਕੋਈ ਐਵੀਡੈਂਸ ਨਹੀਂ ਹੈਗਾ,
ਤੁਹਾਡੀ ਜੌਬ ਚੱਲ ਰਹੀ ਹੈ, ਫਿਰ ਉਹਨਾਂ ਨੇ ਇਹ ਕੰਡੀਸ਼ਨ ਜਿਹੜੀ ਰਿਮੂਵ ਨਹੀਂ ਕਰਨੀ। ਠੀਕ ਹੈ ਜੀ। ਸੰਗਤ ਟੈਲੀਵਿਜ਼ਨ ਸਕਾਈ ਚੈਨਲ 769 ਤੁਸੀਂ ਦੇਖ ਰਹੇ ਹੋ। ਹੁਣ ਕੁਝ ਆਪਣੀਆਂ ਉਂਗਲੀਆਂ ਨੂੰ ਵੀ ਕਸ਼ਟ ਦੇ ਲਓ। ਟੈਲੀਫੋਨ ਨੰਬਰ ਜੋ ਹੈ ਸੰਗਤ ਟੈਲੀਵਿਜ਼ਨ ਦਾ, ਉੱਥੇ ਟੈਲੀਫੋਨ ਕਰਕੇ ਜਿਹੜੇ ਵੀ ਤੁਹਾਡੇ ਦਿਲ ਦੇ ਵਿੱਚ ਇਮੀਗ੍ਰੇਸ਼ਨ ਦੇ ਕਿਸੇ ਤਰ੍ਹਾਂ ਦੇ ਕੋਈ ਵੀ ਸਵਾਲ ਹੈ, ਤੁਸੀਂ ਮਾਹਿਰ ਵਕੀਲ ਦਲਜੀਤ ਜੀ ਕੋਲੋਂ ਪੁੱਛ ਸਕਦੇ ਹੋ। ਜੇ ਆਪਣਾ ਨਾਂ ਨਹੀਂ ਦੱਸਣਾ ਚਾਹੁੰਦੇ ਤਾਂ ਇਹ ਕਹਿ ਸਕਦੇ ਹੋ ਕਿ ਮੇਰੇ ਦੋਸਤ ਦੀ प्रॉब्लम है, मेरी सहेली की प्रॉब्लम है, पर लगे हाथों कम से कम ये प्रॉब्लम ख़त्म हो जाएगी और उसकी शुरुआत तो हो ही जाएगी। स्टूडेंट्स कोई प्रॉब्लम नहीं है, ਜਿਹੜੀ ਕੰਟਰੀ ਦੇ ਸਟੂਡੈਂਟਸ ਆਣ ਬੜੀ ਅੱਛੀ ਗੱਲ ਹੈ। ਇੱਕ ਜ਼ਮਾਨੇ 'ਚ ਇੰਡੀਆ ਦੇ ਚਾਈਨਾ ਤੋਂ ਵੀ ਸਟੂਡੈਂਟਸ ਆਉਂਦੇ ਹੁੰਦੇ ਸੀਗੇ ਜੀ ਜੀ। ਇੰਗਲੈਂਡ ਵਿੱਚ ਹੁਣ ਸਟੂਡੈਂਟਸ ਆਉਂਦੇ हैं जी। और ਸਾਡੇ ਜਿਹੜੇ ਬਿਜ਼ਨਸ ਕਮਿਊਨਿਟੀ के लोग हैं ਉਹਨਾਂ ਦੇ ਵਿਚਾਰ ਸਟੂਡੈਂਟਸ ਬਾਰੇ ਕੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਜੀ। ਪਰ ਹੁਣ ਲੋਕਡਾਊਨ ਦੇ ਸਟੂਡੈਂਟਸ ਦੇ ਵੀ ਜੌਬ ਚਲੀ ਗਈ ਜੀ, ਉਹਨਾਂ ਬਾਰੇ ਕੀ ਸੋਲੂਸ਼ਨ ਦੱਸੋਗੇ? ਹਾਂਜੀ, ਸੇਮ ਥਿੰਗ ਵੀ ਕਿ ਜਿਹੜੇ ਸਟੂਡੈਂਟਸ ਹੈਗੇ ਭਾਵੇਂ ਉਹਨਾਂ ਨੂੰ ਉਹ ਪਬਲਿਕ ਜਿਹੜੇ ਹੈਗੇ ਆ ਬੈਨੀਫਿਟਸ ਨਹੀਂ ਲੈ ਸਕਦੇ, ਪਰ ਜੇ ਤੁਸੀਂ ਲੀਗਲੀ ਜੌਬ ਕਰਦੇ ਸੀ ਜੀ, ਜੇ ਤੁਸੀਂ ਜੌਬ ਕਰਦੇ ਸੀ ਤਾਂ ਜੌਬ ਰਿਟੈਂਸ਼ਨ ਸਕੀਮ ਦੇ ਤਹਿਤ ਤੁਸੀਂ 80% ਜਿਹੜੀ ਸੈਲਰੀ ਆ ਉਹ ਕਲੇਮ ਕਰ ਸਕਦੇ। ਰਾਈਟ। ਹਾਂਜੀ, ਉਹਦੇ ਵਾਸਤੇ ਤੁਹਾਡੇ ਕਾਰਡ ਤੇ ਬੇਸ਼ੱਕ ਲਿਖਿਆ ਨੋ ਐਕਸੈਸ ਟੂ ਪਬਲਿਕ ਫੰਡਸ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇਹ ਜਿਹੜੀ ਜੌਬ ਰਿਟੈਂਸ਼ਨ ਸਕੀਮ ਆ ਸਿਰਫ ਵਰਕਰਸ ਲਈ ਆ, ਜਿਹੜੇ ਲੋਕੀ ਕੰਮ ਕਰਦੇ ਆ, ਜਿਹੜੇ EMPLOYEES ਹੈਗੇ। ਜੇ ਤੁਸੀਂ ਜੈਨੂਇਨ EMPLOYEE ਹੈਗੇ ਸੀ ਲੋਕਡਾਊਨ ਤੋਂ ਪਹਿਲਾਂ, ਤੁਹਾਡੀ ਜੌਬ ਠੀਕ ਠਾਕ ਚੱਲ ਰਹੀ ਸੀ, ਤਾਂ ਲੋਕਡਾਊਨ ਕਰਕੇ ਤੁਹਾਡੀ ਜੌਬ ਅਫੈਕਟ ਹੋਈ ਆ ਜਾਂ ਤੁਹਾਨੂੰ ਸਸਪੈਂਡ ਕੀਤਾ ਗਿਆ, ਤਾਂ ਤੁਸੀਂ ਜੌਬ ਰਿਟੈਂਸ਼ਨ ਸਕੀਮ ਦੇ ਅੰਡਰ ਪੈਸੇ ਕਲੇਮ ਕਰ ਸਕਦੇ ਹੋ। ਅੱਛਾ ਜੀ। ਹਾਂਜੀ, ਪਰ ਇਸ ਵੇਲੇ ਬਹੁਤ ਸਾਰੇ ਲੋਕ ਜਿਹੜੇ ਦੇਖ ਰਹੇ ਹੋਣਗੇ ਉਹ ਇਹ ਕਹਿਣਗੇ ਜੀ ਲੀਗਲੀ ਕੰਮ ਨਹੀਂ ਕਰ ਰਹੇ ਸੀ। ਹਾਂਜੀ, ਜੇ ਤੁਸੀਂ ਲੀਗਲੀ ਕੰਮ ਨਹੀਂ ਕਰ ਰਹੇ ਸੀ ਤਾਂ ਦੈਨ ਯੂ ਕੈਨ ਟਰਾਈ ਯੂਨੀਵਰਸਲ ਕ੍ਰੈਡਿਟ, ਤੁਸੀਂ ਟਰਾਈ ਕਰ ਸਕਦੇ ਹੋ। अच्छा जी। हाँ जी। तो वो मिल जाएगा स्टूडेंट्स को? they can try। No harm asking। No harm नहीं देगा, asking। हाँ पकड़ जी, तो पर नहीं जे देगा। ਤੁਸੀਂ obviously ਤੁਹਾਡੀ ਜੌਬ ਤੁਸੀਂ ਕਰ ਰਹੇ ਸੀ, ਤੁਸੀਂ ਉਹਨਾਂ ਨੂੰ ਦੱਸੋ ਕਿ ਅਸੀਂ ਕੈਸ਼ ਇਨ ਹੈਂਡ ਕਰ ਰਹੇ ਸੀ ਜਾਂ ਥੋੜੇ ਪੈਸੇ ਸੀ, 100-150 ਪਾਉਂਡ ਵੀਕ ਦਾ ਸੀ, ਤਾਂ they will give you something। ठीक है। हाँ जी, ਇੱਥੇ ਕਿਹੜੇ ਡੰਡੇ ਮਾਰਦੇ, ਪੁੱਛ ਹੀ ਲੋ, ਪੁੱਛਣਾ ਹੀ ਹੁੰਦਾ। ਪੁੱਛਣ 'ਚ ਕੋਈ ਹਰਜ ਨਹੀਂ ਹੈ। हाँ जी ਜੀ। yeah, very nice ladies sitting there and they are talk to you very very nicely and very kindly। ਹੁਣ 18,600 ਪਾਉਂਡ ਸੁਣ ਕੇ ਵੀ ਡਰ ਲੱਗਦਾ, ਇੰਨੀ ਬੜੀ ਰਕਮ। ਇਹਦਾ ਕੁਝ ਹੋਇਆ ਡਿਊਰਿੰਗ ਲੋਕਡਾਊਨ? ਲੋਕ ਜੀ ਇੰਨੀ ਇਨਕਮ ਨਹੀਂ ਕਰ ਸਕਦੇ। ਸਪਾਊਸ ਵੀਜ਼ਾ ਦੇ ਵਾਸਤੇ ਜੋ 18,600 ਜ਼ਰੂਰੀ ਹੈ ਜੀ, क्या ਉਹਦੇ ਤੇ ਕੋਈ ਰਿਲੈਕਸੇਸ਼ਨ ਹੋਈ? no ਕੋਈ ਰਿਲੈਕਸੇਸ਼ਨ ਨਹੀਂ, ਵੀ ਇਟਸ ਰੀਅਲੀ ਸ਼ੌਕਿੰਗ ਕਿ ਹੋਮ ਆਫਿਸ ਦਾ ਐਟੀਟਿਊਡ ਜਿਹੜਾ ਹੈਗਾ ਇਟਸ ਸਟਿਲ ਸੇਮ। ਉਹਨਾਂ ਨੇ ਕੋਈ ਹਰ ਤਰ੍ਹਾਂ ਦੀ ਰਿਲੈਕਸੇਸ਼ਨ ਦਿੱਤੀ ਹੈ ਥੋੜੀ ਬਹੁਤ, ਪਰ ਜਿਹੜੀਆਂ ਕੰਡੀਸ਼ਨਸ ਹੈਗੀਆਂ ਵੀਜ਼ਾ ਦੀ, ਕਿਸੇ ਵੀ ਵੀਜ਼ੇ ਦੀ ਕੰਡੀਸ਼ਨ ਹੈ ਜੀ, ਜਿਸ ਤਰ੍ਹਾਂ ਹੁਣ ਜਿਹੜੀਆਂ ਮੇਨ ਕੰਡੀਸ਼ਨ ਸਪਾਊਸ ਵੀਜ਼ੇ ਦੀਆਂ ਹੈਗੀਆਂ ਕਿ ਇੱਕ ਤਾਂ ਤੁਸੀਂ ਇੰਗਲਿਸ਼ ਦਾ ਟੈਸਟ ਪਾਸ ਕਰਨਾ ਜੀ, ਦੂਸਰਾ ਤੁਸੀਂ 18,600 ਦੀ ਕੰਡੀਸ਼ਨ ਪੂਰੀ ਕਰਨੀ, ਇਹਦੇ ਵਿੱਚ ਕੋਈ ਰਿਲੈਕਸੇਸ਼ਨ ਨਹੀਂ ਦਿੱਤੀ ਹਾਲੇ ਤੱਕ ਕੋਈ ਵੀ ਜੀ। ਪਰ ਜਿਹੜੇ ਸਾਡੇ ਦਰਸ਼ਕ, ਅਸੀਂ ਇਹ ਐਕਸਪੈਕਟ ਕਰਦੇ ਹਾਂ ਹੋਮ ਆਫਿਸ ਤੋਂ ਕਿ ਸਾਡੇ ਜਦੋਂ ਅਸੀਂ ਐਪਲੀਕੇਸ਼ਨਾਂ ਲਗਾਈਏ ਔਨ ਬਿਹਾਫ ਆਫ ਆਵਰ ਕਲਾਇੰਟਸ, ਤਾਂ ਥੋੜੀ ਜੀ ਹੋਮ ਆਫਿਸ ਨੂੰ ਅੰਡਰਸਟੈਂਡਿੰਗ ਹੈ ਜਿਹੜੀ ਰੱਖਣੀ ਪਏਗੀ। ਜੀ। ਉਹ ਕਿਸ ਤਰ੍ਹਾਂ ਦੀ ਅੰਡਰਸਟੈਂਡਿੰਗ? ਜੇ ਤੁਹਾਡੀ ਜੌਬ ਲੋਕਡਾਊਨ ਤੋਂ ਪਹਿਲਾਂ 18,600 ਦੀ ਕੰਡੀਸ਼ਨ ਪੂਰੀ ਕਰਦੀ ਸੀ ਜੀ, ਤਾਂ ਤੁਹਾਨੂੰ ਵੀਜ਼ਾ ਉਹਨਾਂ ਨੂੰ ਦੇਣਾ ਪਏਗਾ। ਕਿਉਂ? ਜੇ ਲੋਕਡਾਊਨ ਕਰਕੇ ਤੁਹਾਡੀ ਇਨਕਮ 80% ਰਹਿ ਗਈ ਆ ਜੀ, ਤਾਂ ਉਹ 18,600 ਤੋਂ ਘਟ ਗਈ ਆ। हाँ जी, ਪਹਿਲਾਂ 18,600 ਸੀ। ਤੁਸੀਂ ਲਾਸਟ 6 ਮੰਥਸ ਦੀਆਂ ਜਿਹੜੀਆਂ ਪੇ ਸਲਿਪਸ, ਬੈਂਕ ਸਟੇਟਮੈਂਟ P60 ਦਿਖਾਓ ਤਾਂ ਕਿ ਅਸੀਂ ਹੋਮ ਆਫਿਸ ਨੂੰ ਪ੍ਰੂਵ ਕਰ ਸਕੀਏ ਕਿ ਲੋਕਡਾਊਨ ਕਰਕੇ ਤੁਹਾਡੀ ਜਿਹੜੀ ਇਨਕਮ ਆ ਘਟ ਗਈ ਆ, ਪਹਿਲਾਂ ਤੁਸੀਂ ਇਹ ਜਿਹੜੀ ਰਿਕੁਆਇਰਮੈਂਟ ਆ ਪੂਰੀ ਕਰਦੇ ਸੀ। ठीक है। ਤਾਂ ਇਸ ਤਰ੍ਹਾਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਹੋਮ ਆਫਿਸ ਇਸ ਚੀਜ਼ ਨੂੰ ਅੰਡਰਸਟੈਂਡ ਕਰੇਗਾ ਤੇ ਸਾਡੀਆਂ ਜਿਹੜੀਆਂ ਐਪਲੀਕੇਸ਼ਨਸ ਆ ਉਹ ਸਕਸੈਸਫੁਲ ਹੋਣਗੀਆਂ। ਰਾਈਟ। ਤੁਸੀਂ ਵੀ ਜੇ ਇਸ ਦੌਰਾਨ ਵਿਆਹ ਕਰ ਲਿਆ ਹੈ ਜਾਂ ਕਰਨ ਦੀ ਸੋਚ ਰਹੇ ਹੋ, 18,600 ਪਾਉਂਡ ਤੁਹਾਡੇ ਉੱਪਰ ਕਿਸ ਤਰ੍ਹਾਂ ਲਾਗੂ ਹੋਏਗਾ, ਇਹਦੇ ਵਾਸਤੇ ਤੁਸੀਂ ਵਕੀਲ ਦਲਜੀਤ ਜੀ ਨਾਲ ਗੱਲ ਕਰ ਸਕਦੇ ਹੋ। ਟੈਲੀਫੋਨ ਕਰ ਸਕਦੇ ਹੋ ਸੰਗਤ ਟੈਲੀਵਿਜ਼ਨ ਦੇ ਰਿਸੈਪਸ਼ਨ ਦਾ ਜਿਹੜਾ ਟੈਲੀਫੋਨ ਨੰਬਰ ਹੈ ਉੱਥੇ, ਜਾਂ ਤਾਂ ਆਪਣਾ ਟੈਲੀਫੋਨ ਨੰਬਰ ਛੱਡ ਦਿਓ ਜਾਂ ਫਿਰ ਤੁਸੀਂ ਡਾਇਰੈਕਟ ਹੋ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਹੈ ਤਾਂ ਤੁਹਾਡੀ ਗੱਲ ਕਰਵਾ ਦਿੱਤੀ ਜਾਏਗੀ। ਇੱਕ ਫੈਮਿਲੀ ਲਾਅ ਦਾ ਕੁਐਸਚਨ ਪੁੱਛਣਾ ਹੈ ਜੀ ਕਿ ਫਾਈਨੈਂਸ਼ੀਅਲ ਪ੍ਰੋਸੀਡਿੰਗਸ ਕੀ ਹੁੰਦੀਆਂ? ਜੀ, ਫਾਈਨੈਂਸ਼ੀਅਲ ਪ੍ਰੋਸੀਡਿੰਗਸ ਹੁੰਦੀਆਂ ਵੀ ਕਿ ਪਹਿਲਾਂ ਤਾਂ ਆਪਾਂ ਇਹ ਡਿਸਕਸ ਕਰ ਲਈਏ ਕਿ ਜਿਹੜੇ ਇਹ ਜਦੋਂ ਕਪਲਸ ਡਿਵੋਰਸ ਹੋ ਜਾਂਦਾ, ਹਸਬੈਂਡ ਵਾਈਫ ਜਦੋਂ ਸੈਪਰੇਟ ਹੋ ਜਾਂਦੇ ਹਨ, ਇਹ ਫਾਈਨੈਂਸ਼ੀਅਲ ਪ੍ਰੋਸੀਡਿੰਗ ਫੈਮਿਲੀ ਕੋਰਟਸ ਦੇ ਵਿੱਚ ਇਸ਼ੂ ਹੁੰਦੇ ਆ। ਅੱਛਾ ਜੀ। ਹਾਂਜੀ, ਇਹ ਜਿਸ ਤਰ੍ਹਾਂ ਮੰਨ ਲਓ ਤੁਹਾਡੇ ਸੈਪਰੇਟ ਹੋਣ ਤੋਂ ਪਹਿਲਾਂ ਜੇ ਤੁਹਾਡੀ ਪ੍ਰਾਪਰਟੀ ਹੈ, ਮੰਨ ਲਓ ਪ੍ਰਾਪਰਟੀ ਹਸਬੈਂਡ ਦੇ ਨਾਂ ਤੇ ਹੈ, ਵਾਈਫ ਵੀ ਕਲੇਮ ਕਰ ਸਕਦੀ ਹੈ, ਐਂਡ ਜੇ ਵਾਈਫ ਦੇ ਨਾਂ ਤੇ ਹਸਬੈਂਡ ਵੀ ਕਰ ਸਕਦਾ। ਜੀ। ਜੇ ਜੁਆਇੰਟ ਨੇਮ ਤੇ ਦੋਨਾਂ ਦੇ ਜੀ, ਤਾਂ ਉਹ ਦੋਨਾਂ ਚੋਂ ਕੋਈ ਵੀ ਕਲੇਮ ਕਰ ਸਕਦਾ ਹੈ। ਰਾਈਟ।
ਠੀਕ ਹੈ। Right. ਫਾਈਨੈਂਸ਼ੀਅਲ ਪ੍ਰੋਸੀਡਿੰਗ ਦਾ ਮਤਲਬ ਵੀ ਜੋ ਵੀ ਪ੍ਰਾਪਰਟੀ, ਪੈਸਾ, ਬੈਂਕ ਬੈਲੈਂਸ ਜੋ ਵੀ ਤੁਹਾਡਾ ਇੱਕ ਦੂਜੇ ਕੋਲ ਹੈਗਾ, ਤੁਸੀਂ ਉਸ ਤੋਂ ਕਲੇਮ ਕਰਨਾ ਚਾਹੁੰਦੇ ਆ, ਅੱਛਾ। ਉਹਨੂੰ ਆਪਾਂ ਫਾਈਨੈਂਸ਼ੀਅਲ ਪ੍ਰੋਸੀਡਿੰਗਸ ਕਹਿੰਦੇ ਆ। ਅੱਛਾ ਜੀ, ਹੂ ਕੈਨ ਸਟਾਰਟ ਐਂਡ ਵੈਨ ਕੈਨ ਦੇ ਸਟਾਰਟ? ਹਾਂਜੀ, ਇਹਦੇ ਵਾਸਤੇ ਇਹ ਹੈ ਕਿ ਪਹਿਲਾਂ ਤਾਂ ਤੁਹਾਡਾ ਡਿਵੋਰਸ ਸ਼ੁਰੂ ਹੋਇਆ ਹੋਣਾ ਚਾਹੀਦਾ। ਹਾਂਜੀ। ਡਿਵੋਰਸ ਹੋਇਆ ਹੋਣਾ ਚਾਹੀਦਾ। ਡਿਵੋਰਸ ਜਦੋਂ ਸ਼ੁਰੂ ਹੋ ਜਾਂਦਾ, ਪਹਿਲੀ ਸਟੇਜ ਜਦੋਂ ਡਿਵੋਰਸ ਦੀ ਇਸ਼ੂ ਹੋ ਜਾਂਦੀ ਹੈ, ਉਹਨੂੰ ਲੀਗਲ ਭਾਸ਼ਾ ਦੇ ਵਿੱਚ ਡਿਕਰੀ ਨਾਇਸਾ ਕਿਹਾ ਜਾਂਦਾ ਹੈ। ਡਿਕਰੀ ਨਾਇਸਾ। ਹਾਂਜੀ, ਜਦੋਂ ਡਿਕਰੀ ਨਾਇਸਾ ਦੀ ਡੇਟ ਫਿਕਸ ਹੋ ਜਾਂਦੀ ਹੈ, ਉਦੋਂ ਅਸੀਂ ਸੁਜੈਸਟ ਕਰਦੇ ਹਾਂ ਕਿ ਤੁਸੀਂ ਹੁਣ ਫਾਈਨੈਂਸ਼ੀਅਲ ਪ੍ਰੋਸੀਡਿੰਗ ਹੈ ਜਿਹੜੀ ਸ਼ੁਰੂ ਕਰ ਸਕਦੇ ਸ਼ੁਰੂ ਕਰ ਲਓ। ਜੀ। ਠੀਕ ਹੈ ਜੀ। ਐਂਡ ਇਹਦੀ ਕੋਈ ਕੋਰਟ ਫੀ ਵੀ ਹੁੰਦੀ ਹੈ? ਹਾਂਜੀ, ਜਿਹੜੀ ਫਾਈਨੈਂਸ਼ੀਅਲ ਪ੍ਰੋਸੀਡਿੰਗ ਦੀ ਪਹਿਲੀ ਐਪਲੀਕੇਸ਼ਨ ਲਾਉਂਦੇ ਆ, ਉਹਦਾ 255 ਪਾਉਂਡ ਜਿਹੜੀ ਹੈ ਕੋਰਟ ਦੀ ਫੀਸ ਹੁੰਦੀ ਹੈ। ਹਾਂਜੀ ਜੀ। ਔਰ ਇਹਦੇ ਵਾਸਤੇ ਜੋ ਹੈ ਮੀਡੀਏਸ਼ਨ ਦੀ ਜ਼ਰੂਰਤ ਵੀ ਹੁੰਦੀ ਹੈ? ਜੀ। ਅੱਛਾ ਵਿੱਕੀ, ਪਹਿਲਾਂ ਆਪਾਂ ਦਰਸ਼ਕਾਂ ਨੂੰ ਇਹ ਦੱਸ ਦਈਏ ਵੀ ਮੀਡੀਏਸ਼ਨ ਕੀ ਹੁੰਦੀ ਹੈ, ਕਿਉਂਕਿ ਬਹੁਤੇ ਜਿਹੜੇ ਸਾਡੇ ਲਿਸਨਰਸ ਹੈਗੇ ਆ, ਸਾਡੇ ਦਰਸ਼ਕ ਹੈ, ਉਹ ਪੰਜਾਬੀ ਬੋਲਣ ਵਾਲੇ ਆ, ਠੀਕ ਹੈ ਨਾ। ਤੇ ਜਿਹੜੇ ਫੈਮਿਲੀ ਕੋਰਟ ਦੇ ਵਿੱਚ ਆਪਾਂ ਕੇਸ ਲੈ ਕੇ ਜਾਣਾ ਆ, ਉਹ 3 ਤਰ੍ਹਾਂ ਦੇ ਮੇਨ ਕੇਸਸ ਹੁੰਦੇ ਆ ਫੈਮਿਲੀ ਕੋਰਟ ਦੇ ਵਿੱਚ। ਇੱਕ ਡਿਵੋਰਸ ਦਾ ਹੁੰਦਾ, ਚਾਈਲਡ ਕੰਟੈਕਟ ਹੁੰਦਾ, ਤੇ ਤੀਸਰਾ ਹੁੰਦਾ ਫਾਈਨੈਂਸ਼ੀਅਲ ਪ੍ਰੋਸੀਡਿੰਗ। ਹਾਂਜੀ। ਠੀਕ ਹੈ ਜੀ। ਜਿਹੜਾ ਫਾਈਨੈਂਸ਼ੀਅਲ ਪ੍ਰੋਸੀਡਿੰਗ ਤੇ ਚਾਈਲਡ ਕੰਟੈਕਟ ਮੈਟਰਸ ਹੈ, ਇਹਦੇ ਵਾਸਤੇ ਮੀਡੀਏਸ਼ਨ ਨੂੰ ਇੱਕ ਤਰ੍ਹਾਂ ਦਾ ਜ਼ਰੂਰੀ ਸਾਧਨ ਬਣਾ ਦਿੱਤਾ ਗਿਆ। ਬਣਾਇਆ ਜਾਂਦਾ। ਮੀਡੀਏਸ਼ਨ ਹੈ ਕੀ? ਮੀਡੀਏਸ਼ਨ ਇੱਕ ਤਰ੍ਹਾਂ ਦੇ ਕੋਰਟ ਦੇ ਕੁਆਲੀਫਾਈਡ ਆਫੀਸਰਸ ਹੁੰਦੇ ਆ, ਜਿਹੜੇ ਤੁਹਾਡੇ ਕਾਉਂਸਲਰ ਦੀ ਤਰ੍ਹਾਂ ਤੁਹਾਡੇ ਦੋਨਾਂ ਪਾਰਟੀਆਂ ਨੂੰ ਬਿਠਾ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਜੀ। ਤਾਂ ਜਦੋਂ ਉਹ ਗੱਲਬਾਤ ਕਰਦੇ ਆ, ਉਹਨਾਂ ਦੀ ਫੀਸ ਵੀ ਦੋਨੋਂ ਪਾਰਟੀਆਂ ਹੀ ਦਿੰਦੀਆਂ, ਜੇ ਦੋਨੋਂ ਪਾਰਟੀਆਂ ਅਟੈਂਡ ਕਰਦੀਆਂ। ਸਮਝ ਗਏ। ਜੇ ਇੱਕ ਪਾਰਟੀ ਅਟੈਂਡ ਕਰਦੀ ਹੈ ਤਾਂ ਇੱਕੋ ਪਾਰਟੀ ਉਹਨਾਂ ਦੀ ਫੀਸ ਦਿੰਦੀ ਹੈ। ਠੀਕ ਹੈ। ਮੀਡੀਏਟਰ ਦੀ ਜਿਹੜੀ ਫੀਸ ਹੁੰਦੀ ਹੈ। ਅੱਛਾ, ਮੀਡੀਏਟਰ ਦਾ ਜਿਹੜਾ ਹੈ ਪਰਪਸ ਕੀ ਹੈਗਾ, ਤਾਂ ਕਿ ਕੋਰਟ ਦਾ ਜਿਹੜਾ ਵਕਤ ਆ ਉਹ ਆਪਾਂ ਬਰਬਾਦ ਨਾ ਕਰੀਏ। ਜੇ ਤੁਹਾਡੀ ਸੈਟਲਮੈਂਟ ਆਊਟ ਆਫ ਕੋਰਟ ਹੋ ਸਕਦੀ ਹੈ ਤਾਂ ਜਿਹੜੇ ਮੀਡੀਏਟਰ ਆ, ਪ੍ਰੋਫੈਸ਼ਨਲਸ ਆ, ਉਹਨਾਂ ਦੇ ਥਰੂ ਤੁਸੀਂ ਗੱਲਬਾਤ ਕਰੋ। ਕਈ ਵਾਰ ਇਹ ਹੁੰਦਾ ਕਿ ਲੜਾਈ ਝਗੜੇ ਇੰਨੇ ਵੱਧ ਜਾਂਦੇ ਆ ਫੈਮਿਲੀਜ਼ ਦੇ ਵਿੱਚ ਕਿ ਆਪਸ ਦੇ ਵਿੱਚ ਇੱਕ ਦੂਜੇ ਨਾਲ ਕੋਈ ਅੰਡਰਸਟੈਂਡਿੰਗ ਨਹੀਂ ਹੈ। ਮਤਲਬ ਸ਼ਾਊਟਿੰਗ ਸ਼ੁਰੂ ਹੋ ਜਾਂਦੀ ਹੈ, ਲੋਕਾਂ ਦੀ ਲੜਾਈ ਸ਼ੁਰੂ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਆਪਸ ਵਿੱਚ ਕੋਈ ਐਗਰੀਮੈਂਟ ਕਰੇ ਤੋਂ ਬਗੈਰ ਹੀ ਉਹ ਸੈਪਰੇਟ ਹੋ ਜਾਂਦੇ। ਤਾਂ ਜਿੱਥੇ ਬੱਚੇ ਇਨਵੋਲਵ ਹੁੰਦੇ ਆ, ਚਾਈਲਡ ਕੰਟੈਕਟ ਪ੍ਰੋਸੀਡਿੰਗਸ ਹੁੰਦੀਆਂ, ਉੱਥੇ ਵੀ ਅਸੀਂ ਸੁਜੈਸਟ ਕਰਦੇ ਹਾਂ ਕਿ ਜੇ ਤੁਹਾਡੀ ਪ੍ਰੋਸੀਡਿੰਗ ਜਿਹੜੀ ਅਰਜੈਂਟ ਨਹੀਂ ਹੈਗੀ, ਤੁਸੀਂ ਮੀਡੀਏਟਰ ਯੂਜ਼ ਕਰੋ। ਠੀਕ ਹੈ ਜੀ। ਠੀਕ ਹੈ। ਤਾਂ ਜਿਹੜੀ ਵੀ ਕੋਈ ਐਪਲੀਕੇਸ਼ਨ ਆ, ਬੇਸ਼ੱਕ ਉਹ ਚਾਈਲਡ ਕੰਟੈਕਟ ਐਪਲੀਕੇਸ਼ਨ ਆ ਜਾਂ ਫਾਈਨੈਂਸ਼ੀਅਲ ਪ੍ਰੋਸੀਡਿੰਗ ਦੀ ਐਪਲੀਕੇਸ਼ਨ ਆ, ਉਹਦੇ ਵਾਸਤੇ ਆਪਾਂ ਨੂੰ ਇੱਕ ਤਰ੍ਹਾਂ ਜ਼ਰੂਰੀ ਆ ਕਿ ਆਪਾਂ ਮੀਡੀਏਸ਼ਨ ਨੂੰ ਕੰਟੈਕਟ ਕਰੀਏ। ਤਾਂ ਫਿਰ ਮੀਡੀਏਸ਼ਨ ਨੂੰ ਤੁਸੀਂ ਆਪਣੀ ਸਟੋਰੀ ਜਾ ਕੇ ਦੱਸਣੀ ਹੈ ਕਿ ਮੈਂ ਆਪਣੇ ਬੱਚੇ ਨੂੰ ਦੇਖਣਾ ਚਾਹੁੰਦਾ, ਜਾਂ ਆ ਸਾਡੀ ਪ੍ਰੋਪਰਟੀ ਸੀਗੀ ਮੇਰੇ ਹਸਬੈਂਡ ਦੀ ਜਾਂ ਵਾਈਫ ਦੀ ਜਾਂ ਸਾਡੀ ਜੁਆਇੰਟ ਨੇ, ਤਾਂ ਮੈਂ ਇੰਨਾ ਸ਼ੇਅਰ ਉਹਦੇ ਵਿੱਚੋਂ ਕਲੇਮ ਕਰਨਾ ਚਾਹੁੰਦਾ। ਠੀਕ ਹੈ ਜੀ। ਫਿਰ ਮੀਡੀਏਟਰ ਨੇ ਦੂਸਰੀ ਪਾਰਟੀ ਨੂੰ ਕੰਟੈਕਟ ਕਰਨਾ। ਹਾਂਜੀ। ਜਦੋਂ ਉਹਨਾਂ ਨੇ ਦੂਸਰੀ ਪਾਰਟੀ ਨੂੰ ਕੰਟੈਕਟ ਕੀਤਾ ਤਾਂ ਫਿਰ ਜੇ ਦੂਸਰੀ ਪਾਰਟੀ ਵੀ ਅਟੈਂਡ ਕਰਦੀ ਹੈ ਤਾਂ ਤੁਸੀਂ ਬਹਿ ਕੇ ਗੱਲਬਾਤ ਕਰ ਲਓ। ਜੇ ਤੁਹਾਡਾ ਕੋਈ ਐਗਰੀਮੈਂਟ ਨਹੀਂ ਹੁੰਦਾ ਤਾਂ ਫਿਰ ਤੁਸੀਂ ਓਬਵੀਅਸਲੀ ਨੋ ਚੋਇਸ, ਤੁਸੀਂ ਕੋਰਟ ਜਾ ਸਕਦੇ। ਰਾਈਟ। ਠੀਕ ਹੈ ਜੀ। ਠੀਕ ਹੈ। ਕਿੰਨਾ ਮੁਸ਼ਕਿਲ ਕੰਮ ਹੈ, ਮਾਈਟ ਐਸ ਵੈਲ ਬੰਦੇ ਨਾਲ ਹੀ ਰਹੋ, ਇੰਨਾ ਤਮਾਸ਼ਾ ਕਰਨ ਦੀ ਬਾਤ। ਹਾਂਜੀ, ਇਹ ਬੈਸਟ ਆਪਸ਼ਨ ਹੈ। ਬੈਸਟ ਆਪਸ਼ਨ ਹੈ। ਬੈਸਟ ਆਪਸ਼ਨ ਇਹੀ ਹੈ ਕਿ ਇੰਨਾ ਤਮਾਸ਼ਾ ਨਾ ਕਰੋ। ਹਾਂਜੀ। ਅੱਛਾ ਜੀ, ਕਲੀਨ ਬ੍ਰੇਕ ਕੀ ਹੁੰਦਾ ਹੈ? ਹਾਂਜੀ, ਇਟਸ ਅ ਵੈਰੀ ਸਿੰਪਲ ਕੁਐਸਚਨ ਪਰ ਇਟਸ ਅ ਲੌਂਗ ਵਿੰਡੀ ਵੇ ਕਿ ਕਲੀਨ ਬ੍ਰੇਕ ਕੀ ਹੁੰਦਾ ਹੈ। ਕਲੀਨ ਬ੍ਰੇਕ ਵੀ ਇਟਸ ਸਮਥਿੰਗ ਟੂ ਡੂ ਵਿਦ ਫਾਈਨੈਂਸ਼ੀਅਲ ਪ੍ਰੋਸੀਡਿੰਗਸ। ਜਦੋਂ ਕਪਲਸ ਆਪਸ ਦੇ ਵਿੱਚ ਸੈਪਰੇਟ ਹੋ ਜਾਂਦੇ ਆ ਤਾਂ ਇੱਕ ਤਾਂ ਹੈਗਾ ਕਿ ਤੁਸੀਂ ਡਿਵੋਰਸ, ਸਿੰਪਲੀ ਡਿਵੋਰਸ ਲੈ ਲਿਆ ਤੇ ਤੁਸੀਂ ਸੈਪਰੇਟ ਰਹਿਣ ਲੱਗ ਪਏ। ਠੀਕ ਹੈ। ਤਾਂ ਉਹਦੇ ਵਿੱਚ ਰਿਸਕ ਇਹ ਹੁੰਦਾ ਹੈ ਕਿ ਮੰਨ ਲਓ ਤੁਸੀਂ ਡਿਵੋਰਸ ਲੈਣ ਤੋਂ ਬਾਅਦ ਜਾਂ ਪਹਿਲਾਂ ਕੋਈ ਪ੍ਰਾਪਰਟੀ ਲਈ ਸੀ, ਪਰ ਦੂਸਰੀ ਪਾਰਟੀ ਦਾ ਕੋਈ ਕੰਟਰੀਬਿਊਸ਼ਨ ਨਹੀਂ ਹੈਗਾ ਉਹ ਪ੍ਰਾਪਰਟੀ ਦੇ ਵਿੱਚ, ਪਰ ਦੂਸਰੀ ਪਾਰਟੀ ਫਿਰ ਵੀ ਐਨੀ ਟਾਈਮ ਆ ਕੇ ਤੁਹਾਡੇ ਤੋਂ ਕਲੇਮ ਕਰ ਸਕਦੀ ਹੈ ਜੋ ਵੀ ਤੁਹਾਡੇ ਕੋਲ ਇਸ ਵਕਤ ਹੈ, ਡਿਵੋਰਸ ਤੋਂ ਬਾਅਦ ਵੀ। ਜੀ। ਸੋ ਇਸ ਲੀਗਲੀ ਤਾਂ ਇਹੀ ਬੈਟਰ ਹੈ ਕਿ ਤੁਸੀਂ ਜਿਹੜਾ ਡਿਵੋਰਸ ਆ ਹਮੇਸ਼ਾ ਕਲੀਨ ਬ੍ਰੇਕ ਨਾਲ ਕਰੋ। ਕਲੀਨ ਬ੍ਰੇਕ ਹੈ ਕੀ? ਕਲੀਨ ਬ੍ਰੇਕ ਇਹ ਹੁੰਦੀ ਹੈ ਇੱਕ ਤਰ੍ਹਾਂ ਦਾ ਐਗਰੀਮੈਂਟ ਆ, ਲੀਗਲ ਭਾਸ਼ਾ ਦੇ ਵਿੱਚ ਉਹਨੂੰ ਕੰਸੈਂਟ ਆਰਡਰ ਵੀ ਕਹਿੰਦੇ। ਕੰਸੈਂਟ ਆਰਡਰ ਜੀ। ਸੋ ਇੱਕ ਐਗਰੀਮੈਂਟ ਅਸੀਂ ਡਰਾਫਟ ਕਰਦੇ ਹਾਂ ਜਿਹਦੇ ਤੇ ਦੋਨੇ ਪਾਰਟੀਆਂ ਸਾਈਨ ਕਰਦੀਆਂ ਜੀ ਕਿ ਅੱਜ ਤੋਂ ਬਾਅਦ ਮੈਂ ਇਹਦੇ ਤੋਂ ਕੋਈ ਕਲੇਮ ਨਹੀਂ ਕਰੂੰਗਾ, ਇਹ ਮੇਰੇ ਤੋਂ ਕੋਈ ਕਲੇਮ ਨਹੀਂ ਕਰੂਗਾ। ਠੀਕ ਹੈ। ਦੋਨੇ ਪਾਰਟੀਆਂ ਆਪਣੇ ਆਪਣੇ ਵਕੀਲ ਦੇ ਸਾਹਮਣੇ ਸਾਈਨ ਕਰਦੇ ਆ, ਜਾਂ ਜੇ ਵਕੀਲ ਨਹੀਂ ਹੈਗਾ ਤੁਸੀਂ ਆਪ ਵੀ ਸਾਈਨ ਕਰ ਸਕਦੇ ਹੋ, ਕਿਸੇ ਵਿਟਨੈਸ ਦੇ ਸਾਹਮਣੇ ਵੀ ਸਾਈਨ ਕਰ ਸਕਦੇ ਹੋ। ਠੀਕ ਹੈ। ਤਾਂ ਫਿਰ ਉਹ ਜਿਹੜਾ ਐਗਰੀਮੈਂਟ ਆ ਕੋਰਟ ਨੂੰ, ਫੈਮਿਲੀ ਕੋਰਟ ਨੂੰ ਭੇਜਿਆ ਜਾਂਦਾ ਹੈ। ਠੀਕ। ਫੈਮਿਲੀ ਕੋਰਟ ਦੀ ਉਸ ਐਗਰੀਮੈਂਟ ਲਈ ਵੀ ਫੀਸ ਹੁੰਦੀ ਹੈ।
ਤਾਂ ਉਹ ਐਗਰੀਮੈਂਟ ਤੇ ਕੋਰਟ ਦੀ ਜਦੋਂ ਸੀਲ ਲੱਗ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਇੱਕ ਦੂਜੇ ਤੋਂ ਕੁਝ ਵੀ ਕਲੇਮ ਨਹੀਂ ਕਰ ਸਕਦੇ। ਉਸ ਦਿਨ ਤੁਹਾਡੀ ਕਲੀਨ ਬ੍ਰੇਕ ਹੋ ਜਾਂਦੀ ਹੈ। ਰਾਈਟ। ਠੀਕ ਹੈ, ਤਾਂ ਉਸ ਤੋਂ ਬਾਅਦ ਤੁਸੀਂ ਮਤਲਬ ਇੱਕ ਦੂਜੇ ਤੋਂ ਕੁਝ ਕਲੇਮ ਨਹੀਂ ਕਰ ਸਕਦੇ। ਅਗਲਾ ਬੇਸ਼ੱਕ ਪ੍ਰਾਪਰਟੀ ਲਵੇ, ਉਸ ਤੋਂ ਬਾਅਦ ਉਹਦੀ ਜਿੰਨੀ ਮਰਜ਼ੀ ਚੰਗੀ ਜੌਬ ਹੋਵੇ। ਸੋ ਬੈਟਰ, ਜੇ ਅਸੀਂ ਹਮੇਸ਼ਾ ਇਹੀ ਆਪਣੇ ਕਲਾਇੰਟਸ ਨੂੰ ਸੁਜੈਸਟ ਕਰਦੇ ਹਾਂ, ਜੇ ਤੁਸੀਂ ਡਿਵੋਰਸ ਅਪਲਾਈ ਕਰਨਾ ਤਾਂ ਕਲੀਨ ਬ੍ਰੇਕ ਦੇ ਨਾਲ ਕਰੋ। ਠੀਕ ਹੈ। ਜੋ ਵੀ ਪ੍ਰਾਪਰਟੀ ਆ, ਜੋ ਵੀ ਤੁਹਾਡੇ ਕੁਝ ਹੈਗਾ, ਡਿਕਲੇਅਰ ਕਰੋ, ਉਹਨੂੰ ਡਿਸਪੋਜ਼ ਆਫ ਕਰ ਲਓ। ਜੋ ਅਗਲੇ ਦਾ ਬਣਦਾ ਹਿੱਸਾ ਅਗਲੇ ਨੂੰ ਦਿਓ ਤੇ ਉਹਦੇ ਸਾਈਨ ਕਰਾ ਕੇ ਕਲੀਨ ਬ੍ਰੇਕ ਲਓ। ਅਦਰਵਾਈਜ਼ ਯੂ ਆਰ ਸਟਕ ਫॉर रेस्ट ऑफ योर लाइफ कि एनी टाइम दूसरी पार्टी आके क्लेम कर सकती। हाँ, लाइक अ चील। जी। बहुत दुख होता है इस तरह की बातें सुनकर, और इस तरह की बातें करने का मकसद बिल्कुल भी ये नहीं है कि हम चाहते हैं कि आप तलाक जी बिल्कुल। ਸਾਡਾ ਅਸੀਂ ਦਰਸ਼ਕਾਂ ਨੂੰ ਦੱਸਦੀ ਅਸੀਂ ਕਦੇ ਵੀ ਇਹ ਨਹੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਦੀ ਪ੍ਰੋਬਲਮ ਦੇ ਵਿੱਚ ਫਸੋ ਜਾਂ ਅਸੀਂ ਬਿਜ਼ਨਸ ਐਡਵਰਟਾਈਜ਼, ਇਸ ਜਸਟ ਲੋਕਾਂ ਦੀ ਹੈਲਪ ਕਰਨ ਲਈ ਕਿ ਜੋ ਵੀ ਲੋਕਾਂ ਦੇ ਸਵਾਲ ਹੁੰਦੇ ਆ ਪ੍ਰੀਵੀਅਸ ਵੀਕ ਜਿਸ ਤਰ੍ਹਾਂ ਦੀ ਪ੍ਰੋਬਲਮਸ ਦੇ ਵਿੱਚ ਲੋਕੀ ਹੋ ਰਹੇ, ਅਸੀਂ ਉਸੇ ਟੌਪਿਕ ਨੂੰ ਲੈ ਕੇ ਇਹ ਜਿਹੜਾ ਸ਼ੋਅ ਆ ਅਸੀਂ ਡਿਜ਼ਾਈਨ ਕਰਦੇ ਹਾਂ ਤਾਂ ਕਿ ਅਸੀਂ ਮੈਕਸਿਮਮ ਜਿਹੜੇ ਦਰਸ਼ਕ ਆ ਉਹਨਾਂ ਤੱਕ ਪਹੁੰਚ ਸਕੀਏ, ਤਾਂ ਕਿ ਲੋਕ ਇੱਧਰ ਉੱਧਰ ਫਿਰਨ ਦੀ ਬਜਾਏ ਮਿਸਗਾਈਡ ਨਾ ਹੋਣ, ਤੁਹਾਨੂੰ ਕੋਈ ਗਲਤ ਸਲਾਹ ਨਾ ਦਿੱਤਾ ਜਾਵੇ। ਕਿਉਂਕਿ ਇਸ ਤਰ੍ਹਾਂ ਦੇ ਵੀ ਸਾਡੇ ਕੋਲੇ ਲੋਕ ਹੈ ਜਿਨ੍ਹਾਂ ਨੇ ਡਿਵੋਰਸ ਹੋਏ ਨੂੰ 3-3 4-4 ਸਾਲ ਹੋ ਚੁੱਕੇ ਆ। ਹਾਂਜੀ, 4-4 ਸਾਲ ਹੋ ਗਏ ਆ ਡਿਵੋਰਸ ਹੋਏ ਨੂੰ, ਪਰ ਉਹਨਾਂ ਨੇ ਜਿਹੜੀ ਕਲੀਨ ਬ੍ਰੇਕ ਨਹੀਂ ਲਈ। ਬਿਲਕੁਲ। ਤਾਂ ਫਿਰ ਜਿਹੜੀ ਦੂਸਰੀ ਪਾਰਟੀ ਹੈ ਜਦੋਂ ਕਲੇਮ ਕਰਦੀ ਹੈ ਤਾਂ ਫਿਰ ਜਿਹੜਾ ਬੰਦੇ ਕਲੀਨ ਬ੍ਰੇਕ ਨਾਲ ਡਿਵੋਰਸ ਨਹੀਂ ਕੀਤਾ ਉਹਨੂੰ ਸ਼ੌਕ ਲੱਗਦਾ ਕਿ ਮੈਥੋਂ ਕਿੱਦਾਂ ਕਲੇਮ ਕਰ ਸਕਦਾ, ਮੇਰਾ ਤਾਂ ਇਹਦੇ ਨਾਲ ਡਿਵੋਰਸ ਹੋ ਗਿਆ। ਪਰ ਤੁਸੀਂ ਆਪਸ ਵਿੱਚ ਜੇ ਕੋਈ ਐਗਰੀਮੈਂਟ ਕੀਤਾ ਵੀ ਆ ਤਾਂ ਉਹਤੇ ਤੇ ਕੋਰਟ ਦੀ ਸਟੈਂਪ ਲੱਗੀ ਹੋਣੀ ਚਾਹੀਦੀ ਹੈ ਜਾਂ ਐਟਲੀਸਟ ਵਿਟਨੈਸ ਦੇ ਸਾਹਮਣੇ ਤੁਸੀਂ ਸਾਈਨ ਕੀਤਾ ਹੋਏਗਾ। ਲੀਗਲ ਗਾਈਡੈਂਸ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਜੋ ਹਰ ਹਫਤੇ ਤੁਹਾਡੀ ਸੇਵਾ 'ਚ ਤੁਹਾਡੇ ਹੀ ਬੈਨੀਫਿਟ ਵਾਸਤੇ ਪੇਸ਼ ਕੀਤਾ ਜਾਂਦਾ ਹੈ। ਡੈਲਸਨ ਸੋਲਿਸਿਟਰ ਕੇ ਮਾਹਿਰ ਵਕੀਲ ਦਲਜੀਤ ਜੀ ਤੁਹਾਡੇ ਨਾਲ ਇੱਥੇ ਹੁੰਦੇ ਹਨ। ਇਮੀਗ੍ਰੇਸ਼ਨ ਦੇ ਸਵਾਲਾਤ ਔਰ ਉਹਦੇ ਨਾਲ ਫੈਮਿਲੀ ਲਾਅ ਦੀ ਤੁਹਾਡੀ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮਸ ਹੈ ਤੁਸੀਂ ਵਕੀਲ ਦਲਜੀਤ ਜੀ ਦੇ ਨਾਲ ਗੱਲ ਕਰ ਸਕਦੇ ਹੋ। ਇਸ ਵੇਲੇ ਜਿਹੜੀਆਂ ਭੈਣਾਂ ਸੁਣ ਰਹੀਆਂ ਉਹਨਾਂ ਦੇ ਘਰ ਵਿੱਚ ਗੜਬੜ ਹੈ, ਵੈਸੇ ਤਾਂ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕਰੋ, ਪਰ ਜੇ ਨਹੀਂ ਸੌਰਟ ਆਊਟ ਕਰ ਸਕਦੀਆਂ ਤਾਂ ਕੋਈ ਵੀ ਸਟੈਪ ਲੈਣ ਤੋਂ ਪਹਿਲੇ, ਈਵਨ ਐਪਲੀਕੇਸ਼ਨ ਵੀ ਦੇਣ ਤੋਂ ਪਹਿਲੇ ਵਕੀਲ ਦਲਜੀਤ ਨੂੰ ਆਪਣੀ ਸਹੇਲੀ ਸਮਝ ਕੇ ਟੈਲੀਫੋਨ ਕਰਕੇ ਸਾਰਾ ਕੁਝ ਗਾਈਡ ਕਰ ਲਓ। ਜਿਹੜੇ ਮਾਹਿਰ ਤੁਹਾਡੇ ਨਾਲ ਕੋਈ ਖੜਾ ਹੋਏਗਾ ਤਾਂ ਫਿਰ ਤੁਹਾਨੂੰ ਸਹੀ ਗਾਈਡੈਂਸ ਦੇਗਾ, ਤੁਸੀਂ ਠੋਕਰ ਖਾਣ ਤੋਂ ਬਚ ਜਾਓਗੇ। ਬਿਕੋਜ਼ ਇਹ ਟਾਈਮ ਬਹੁਤ ਕਮਜ਼ੋਰ ਕਰ ਦਿੰਦਾ ਬੰਦੇ ਨੂੰ। ਜਿਨ੍ਹਾਂ ਦੇ ਨਾਲ ਹੋਈ ਹੈ ਉਹਨਾਂ ਨੂੰ ਪੁੱਛੋ। ਇਸ ਵੇਲੇ ਸਕਾਈ ਚੈਨਲ 769 ਤੁਸੀਂ ਦੇਖ ਰਹੇ ਹੋ ਔਰ ਥੋੜਾ ਹੀ ਵਕਤ ਰਹਿ ਗਿਆ ਹੁਣ ਤਾਂ। ਦਿਲ ਕੀ ਦਿਲ ਮੇਂ ਰਹਿ ਗਈ, ਕਿਆ ਕਿਆ ਜਵਾਨੀ ਸਹਿ ਗਈ। ਅਸੀਂ ਅਗਲੇ ਹਫਤੇ ਫੇਰ ਆਵਾਂਗੇ, ਪਰ ਹਾਲੇ ਕੁਐਸਚਨ ਖਤਮ ਨਹੀਂ ਹੋਏ। ਦਲਜੀਤ ਜੀ, ਹੋਮ ਰਾਈਟਸ ਰਜਿਸਟ੍ਰੇਸ਼ਨ ਕੀ ਹੁੰਦੀ ਹੈ? ਜੀ ਵਿੱਕੀ, ਇਹ ਵੀ ਹੋਮ ਰਾਈਟਸ ਰਜਿਸਟ੍ਰੇਸ਼ਨ ਵੀ ਫਾਈਨੈਂਸ਼ੀਅਲ ਪ੍ਰੋਸੀਡਿੰਗ ਦਾ ਪਾਰਟ ਹੁੰਦੀ ਹੈ। ਅੱਛਾ ਜੀ। ਤਾਂ ਆਪਾਂ ਸਿੰਪਲ ਭਾਸ਼ਾ ਦੇ ਵਿੱਚ ਪੰਜਾਬੀ 'ਚ ਜ਼ਿਆਦਾ ਗੱਲ ਕਰਾਂਗੇ ਕਿ ਜਦੋਂ ਜਿਹੜੇ ਹਸਬੈਂਡ ਵਾਈਫ ਉਹ ਆਪਸ ਦੇ ਵਿੱਚ ਸੈਪਰੇਟ ਹੋ ਜਾਂਦੇ ਆ ਤਾਂ ਇਸ ਹੋਮ ਰਾਈਟਸ ਰਜਿਸਟ੍ਰੇਸ਼ਨ ਉਦੋਂ ਜ਼ਰੂਰਤ ਪੈਂਦੀ ਹੈ ਜਦੋਂ ਪ੍ਰਾਪਰਟੀ ਇੱਕ ਜਣੇ ਦੇ ਨਾਮ ਤੇ ਹੁੰਦੀ ਹੈ। ਅੱਛਾ ਜੀ। ਮੰਨ ਲਓ ਵਾਈਫ ਘਰ ਛੱਡ ਕੇ ਚਲੀ ਗਈ, ਪ੍ਰਾਪਰਟੀ ਹਸਬੈਂਡ ਦੇ ਨਾਮ ਤੇ, ਤਾਂ ਜੇ ਵਾਈਫ ਚਾਹੁੰਦੀ ਆ ਕਿ ਉਹ ਪ੍ਰਾਪਰਟੀ ਦੇ ਵਿੱਚੋਂ ਕੁਝ ਕਲੇਮ ਕਰਨਾ ਚਾਹੁੰਦੀ ਆ ਤਾਂ ਕਿ ਉਹਦਾ ਹਿੱਸਾ ਬਣਿਆ ਰਵੇ। ਜੀ। ਮੰਨ ਲਓ ਉਹ ਤਾਂ ਘਰੋਂ ਨਿਕਲ ਗਈ ਆ, ਘਰ ਛੱਡ ਕੇ ਚਲੀ ਗਈ ਆ ਜਾਂ ਉਹਨੂੰ ਕੱਢ ਦਿੱਤਾ ਗਿਆ ਘਰੋਂ। ਹਸਬੈਂਡ ਨਾਲ ਵੀ ਹੋ ਸਕਦਾ, ਇਹ ਆਪੋਜ਼ਿਟ ਵੀ ਹੋ ਸਕਦਾ, ਹਸਬੈਂਡ ਵੀ ਘਰ ਛੱਡ ਕੇ ਜਾ ਸਕਦਾ। ਤਾਂ ਜਿਹੜੀ ਪਾਰਟੀ ਘਰ ਛੱਡ ਕੇ ਚਲੀ ਗਈ ਆ ਉਹਦਾ ਪਹਿਲਾ ਕੰਮ ਹੈ ਕਿ ਆਪਣੇ ਹੋਮ ਰਾਈਟਸ ਦੀ ਰਜਿਸਟ੍ਰੇਸ਼ਨ ਕਰੇ। ਹੋਮ ਰਾਈਟਸ ਦੀ ਰਜਿਸਟ੍ਰੇਸ਼ਨ ਹੁੰਦੀ ਕੀ ਆ? ਇਹਦਾ ਇੱਕ ਸਿੰਪਲ ਜਿਹਾ ਫਾਰਮ ਹੁੰਦਾ ਹੈ, ਲੈਂਡ ਰਜਿਸਟਰੀ ਨੂੰ ਦੱਸਣਾ ਆ ਕਿ ਇਹ ਮੇਰਾ ਹਸਬੈਂਡ ਆ, ਇਹਦੇ ਨਾਂ ਤੇ ਪ੍ਰਾਪਰਟੀ ਆ ਤੇ ਜਿਹੜੀ ਮੇਰੀ ਅੱਜ ਐਪਲੀਕੇਸ਼ਨ ਆ ਉਹ ਹੋਮ ਰਾਈਟਸ ਦੀ ਰਜਿਸਟ੍ਰੇਸ਼ਨ ਦੀ ਤੁਸੀਂ ਸਵੀਕਾਰ ਕਰੋ। ਤਾਂ ਉਹ ਐਕਸੈਪਟ ਕਰ ਲੈਂਦੇ ਆ। ਵਿਦਿਨ 3-4 ਡੇਜ਼ ਤੁਹਾਡੀ ਰਜਿਸਟ੍ਰੇਸ਼ਨ ਆ ਜਿਹੜੀ ਉਹ ਕੰਪਲੀਟ ਹੋ ਜਾਂਦੀ ਹੈ ਤੇ ਤੁਹਾਨੂੰ ਲੈਂਡ ਰਜਿਸਟਰੀ ਵੱਲੋਂ ਚਿੱਠੀ ਆ ਜਾਂਦੀ ਹੈ ਕਿ ਤੁਹਾਡੇ ਹੋਮ ਰਾਈਟਸ ਰਜਿਸਟਰ ਹੋ ਗਏ। ਉਹਦਾ ਮਤਲਬ ਸਿੰਪਲ ਭਾਸ਼ਾ ਦੇ ਵਿੱਚ ਇਹ ਹੁੰਦਾ ਹੈ ਤੁਹਾਡਾ ਹਸਬੈਂਡ ਜਾਂ ਤੁਹਾਡੀ ਵਾਈਫ ਜਿਨ੍ਹਾਂ ਦੇ ਨਾਂ ਤੇ ਪ੍ਰਾਪਰਟੀ ਹੈ ਬਿਨਾਂ ਤੁਹਾਡੀ ਇਜਾਜ਼ਤ ਦੇ ਉਹ ਪ੍ਰਾਪਰਟੀ ਨੂੰ ਵੇਚ ਜਾਂ ਟਰਾਂਸਫਰ ਨਹੀਂ ਕਰ ਸਕਦੇ ਜਾਂ ਰੀਮੋਰਗੇਜ ਨਹੀਂ ਕਰ ਸਕਦੇ। ਕਿਉਂਕਿ ਅਸੀਂ ਇਹ ਐਡਵਾਈਸ ਕਿਉਂ ਕਰਦੇ ਹਾਂ ਕਿ ਤੁਹਾਨੂੰ ਰਜਿਸਟਰ ਕਰਨਾ ਚਾਹੀਦਾ ਆ। ਈਵਨ ਇਫ ਯੂ ਤੁਸੀਂ ਨਾਲ ਵੀ ਰਹਿ ਰਹੇ ਹੋ ਤਾਂ ਤੁਹਾਨੂੰ ਲੱਗਦਾ ਆ ਵੀ ਤੁਹਾਡਾ ਹਸਬੈਂਡ ਜਾਂ ਵਾਈਫ ਦੇयर इज ਸਮ ਕਾਈਂਡ ਆਫ ਡੇਂਜਰ ਕਿ ਤੁਸੀਂ ਐਨੀ ਟਾਈਮ ਸੈਪਰੇਟ ਹੋ ਸਕਦੇ ਹੋ ਜਾਂ ਪ੍ਰੋਬਲਮ ਕ੍ਰੀਏਟ ਕਰ ਰਹੇ ਆ ਦੂਸਰੀ ਸਾਈਡ ਤੇ ਜਾਂ ਤੁਸੀਂ ਦੋਨੋਂ ਇੱਕ ਦੂਜੇ ਦੇ ਨਾਲ ਪ੍ਰੋਬਲਮ ਦੇ ਵਿੱਚ, ਤਾਂ ਤੁਸੀਂ ਤਾਂ ਵੀ ਹੋਮ ਰਾਈਟਸ ਰਜਿਸਟ੍ਰੇਸ਼ਨ ਕਰ ਲੈਣੀ ਚਾਹੀਦੀ ਹੈ। ਠੀਕ ਹੈ ਜੀ। ਜੇ ਤੁਸੀਂ ਇੱਕ ਦੂਜੇ ਨੂੰ ਟਰਸਟ ਨਹੀਂ ਕਰਦੇ ਤਾਂ ਉਹਦਾ ਰੀਜ਼ਨ ਇਹ ਆ। ਪਰ ਅਗੇਨ ਜਿੱਦਾਂ ਅਸੀਂ ਪਹਿਲਾਂ ਕਿਹਾ ਆ, ਸਾਡਾ ਮਤਲਬ ਇਹ ਨਹੀਂ ਹੈ
ਕਿ ਤੁਸੀਂ ਆਪਸ ਵਿੱਚ ਲੜਨਾ ਸ਼ੁਰੂ ਕਰ ਦਿਓ, ਰਜਿਸਟ੍ਰੇਸ਼ਨ ਕਰਨੀ ਸ਼ੁਰੂ ਕਰ ਦਿਓ ਸਿਰਫ ਬਿਕਾਜ਼ ਵੀ ਆਰ ਸੇਇੰਗ। ਜੇ ਤੁਸੀਂ ਇੱਕ ਦੂਜੇ ਨੂੰ ਟਰਸਟ ਨਹੀਂ ਕਰਦੇ, ਜੇ ਚਾਂਸਸ ਆ ਕਿ ਤੁਸੀਂ ਸੈਪਰੇਟ ਹੋ ਸਕਦਾ, ਫੇਰ ਕਰੋ, ਕਿਉਂਕਿ ਉਹ ਰਜਿਸਟ੍ਰੇਸ਼ਨ ਹੋਣ ਦੇ ਨਾਲ ਦੂਸਰੀ ਪਾਰਟੀ ਪ੍ਰਾਪਰਟੀ ਨੂੰ ਟਰਾਂਸਫਰ, ਮੋਰਗੇਜ ਜਾਂ ਸੇਲ ਨਹੀਂ ਕਰ ਸਕਦੇ। ਹਾਏ, ਤੁਸੀਂ ਤਾਂ ਐਸੇ ਕੁਐਸਚਨ ਦਾ ਜਵਾਬ ਦਿੱਤਾ ਕਿ ਮੈਨੂੰ ਤਾਂ ਜੋ ਤੁਸੀਂ ਹੁਣ ਤੋਂ ਲੈ ਕੇ ਪਿੱਛੇ ਤੱਕ ਆਏ ਸੀ ਸਾਰਾ ਕੁਝ ਭੁੱਲ ਗਿਆ। ਇੱਕ ਵਾਰੀ ਦੁਬਾਰਾ ਸਾਰਾ ਕੁਝ ਰਿਪੀਟ ਕਰੋ ਮੇਰੇ ਵਾਸਤੇ, ਕਿਉਂਕਿ ਦਰਸ਼ਕਾਂ ਨੂੰ ਤਾਂ ਹੀ ਸਮਝ ਆਏਗਾ ਜੇ ਮੈਨੂੰ ਸਮਝ ਆਵੇ। ਜੀ, ਔਰ ਜਿਹੜੀ ਰਜਿਸਟ੍ਰੇਸ਼ਨ ਆ ਵਿੱਕੀ, ਔਰ ਜਿਹੜੀ ਲੈਂਡ ਰਜਿਸਟਰੀ ਜਦੋਂ ਤੁਹਾਡੇ ਨਾਮ ਤੇ ਤੁਹਾਡੇ ਫੇਵਰ ਦੇ ਵਿੱਚ ਤੁਹਾਡੇ ਹੋਮ ਰਾਈਟਸ ਰਜਿਸਟਰ ਕਰ ਦਿੰਦੀ ਹੈ ਜੀ, ਤਾਂ ਇਹਦਾ ਮਤਲਬ ਦੂਸਰੀ ਪਾਰਟੀ ਪ੍ਰਾਪਰਟੀ ਨੂੰ ਟਰਾਂਸਫਰ ਨਹੀਂ ਕਰ ਸਕਦੀ, ਸੇਲ ਨਹੀਂ ਕਰ ਸਕਦੀ, ਰੀਮੋਰਗੇਜ ਨਹੀਂ ਕਰ ਸਕਦੀ। ਅੱਛਾ, ਇਹਦਾ ਜਿਹੜਾ ਰੀਜ਼ਨ ਹੈ, ਇਹਦੇ ਪਿੱਛੇ ਜਿਹੜਾ ਲੌਜਿਕ ਕੀ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ। ਹਾਂਜੀ। ਸਾਡੇ ਕੋਲੇ ਇਸ ਤਰ੍ਹਾਂ ਦੇ ਕੇਸਿਸ ਆਉਂਦੇ ਆ, ਮੰਨ ਲਓ ਵਾਈਫ ਘਰ ਛੱਡ ਕੇ ਚਲੀ ਗਈ ਹੈ ਜੀ, ਹਸਬੈਂਡ ਦੇ ਨਾਂ ਤੇ ਪ੍ਰਾਪਰਟੀ ਸੀ ਜੀ, ਅੱਜ ਵਾਈਫ ਘਰ ਛੱਡ ਕੇ ਚਲੀ ਗਈ ਹੈ, ਅਗਲੇ ਦਿਨ ਹਸਬੈਂਡ ਨੇ ਬੈਂਕ ਜਾ ਕੇ ਪ੍ਰਾਪਰਟੀ ਨੂੰ ਰੀਮੋਰਗੇਜ ਕਰਤਾ ਹੈ। ਰੀਮੋਰਗੇਜ ਕਰਨ ਦਾ ਮਤਲਬ ਉਹਦੇ ਤੇ ਲੋਨ ਲੈ ਲਿਆ ਹੋਇਆ, ਲੋਨ ਲੈ ਕੇ ਨਵੀਂ ਗੱਡੀ ਲੈ ਲਈ ਹੋਈ ਆ, ਇੰਡੀਆ ਪੈਸੇ ਭੇਜਤੇ, ਇੰਡੀਆ ਕੋਠੀ ਲੈ ਲਈ ਹੋਈ ਆ। ਉਹਦਾ ਰੀਜ਼ਨ ਕੀ ਆ? ਉਹ ਚਾਹੁੰਦਾ ਨਹੀਂ ਹੈ ਕਿ ਜਿਹੜੀ ਪ੍ਰਾਪਰਟੀ ਦੇ ਵਿੱਚ ਪ੍ਰੋਫਿਟ ਜਾਂ ਐਕੁਇਟੀ ਬਚੀ ਆ ਉਹਦੇ ਵਿੱਚੋਂ ਮੇਰੀ ਵਾਈਫ ਮੈਥੋਂ ਕੁਝ ਹਿੱਸਾ ਲੈ ਕੇ ਜਾਵੇ। ਜੀ, ਠੀਕ ਹੈ। ਤਾਂ ਉਹਨੇ ਜਿਹੜਾ ਪ੍ਰਾਪਰਟੀ ਦੀ ਵੈਲਿਊ ਸੀ, ਪ੍ਰਾਪਰਟੀ ਦੇ ਵਿੱਚ ਐਕੁਇਟ ਸੀ, ਜਿੰਨੀ ਮੋਰਗੇਜ ਪੇ ਹੋਈ ਸੀ ਨਾ, ਜੀ, ਉਹਨੂੰ ਉਹਦੇ ਤੇ ਲੋਨ ਲੈ ਕੇ ਰੀਮੋਰਗੇਜ ਕਰਕੇ ਪ੍ਰਾਪਰਟੀ ਦੀ ਜਿਹੜੀ ਵੈਲਿਊ ਜਾਂ ਪ੍ਰੋਫਿਟ ਆ ਉਹ ਬਿਲਕੁਲ ਖਤਮ ਕਰਦਾ। ਠੀਕ ਹੈ, ਤਾਂ ਕਿ ਉਹਦੀ ਵਾਈਫ ਇਸ ਪ੍ਰਾਪਰਟੀ 'ਚੋਂ ਹਿੱਸਾ ਨਾ ਲੈ ਸਕੇ। ਸੋ ਇਸ ਕਰਕੇ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਤੁਸੀਂ ਆਪਣੇ ਹੋਮ ਰਾਈਟਸ ਆ ਜਿਹੜੇ ਰਜਿਸਟਰ ਕਰ ਸਕਦੇ ਹੋ। ਬਿਲਕੁਲ ਸਿੰਪਲ ਐਪਲੀਕੇਸ਼ਨ ਆ, ਕੋਈ ਕੰਪਲਿਕੇਸ਼ਨ ਨਹੀਂ ਇਹਦੇ ਵਿੱਚ। ਰਾਈਟ। ਪਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਜਦੋਂ ਹੋਮ ਰਾਈਟਸ ਦੀ ਰਜਿਸਟ੍ਰੇਸ਼ਨ ਹੁੰਦੀ ਆ ਉਦੋਂ ਜਿਹੜਾ ਨੋਟਿਸ ਆ ਉਹ ਦੂਸਰੀ ਪਾਰਟੀ ਨੂੰ ਵੀ ਭੇਜਿਆ ਜਾਂਦਾ ਹੈ। ਰਾਈਟ। ਜਾਣੀ ਕਿ ਤੁਸੀਂ ਹਸਬੈਂਡ ਦੀ ਪ੍ਰਾਪਰਟੀ ਤੇ ਰੈਸਟ੍ਰਿਕਸ਼ਨ ਲਾਈ ਹੈ ਤਾਂ ਰੈਸਟ੍ਰਿਕਸ਼ਨ ਲੈਟਰ ਜਿਹੜੀ ਆ ਉਹ ਤੁਹਾਡੇ ਹਸਬੈਂਡ ਨੂੰ ਵੀ ਭੇਜੀ ਜਾਊਗੀ। ਠੀਕ ਹੈ, ਕਿਉਂਕਿ ਲੈਂਡ ਰਜਿਸਟਰੀ ਦਾ ਫਰਜ਼ ਬਣਦਾ ਹੈ ਦੂਸਰੀ ਪਾਰਟੀ ਨੂੰ ਨੋਟੀਫਾਈ ਕਰਨਾ। ਠੀਕ ਹੈ ਜੀ, ਠੀਕ ਹੈ। ਤਾਂ ਦੂਸਰੀ ਪਾਰਟੀ ਨੂੰ ਵੀ ਨੋਟੀਫਾਈ ਕੀਤਾ ਜਾਂਦਾ ਆ ਤਾਂ ਕਿ ਜਿਹੜੇ ਲੋਕੀ ਹੈਗੇ ਆ ਇਸ ਇਹਦੇ ਵਿੱਚ ਜਿਹੜੀ ਆ ਪ੍ਰੋਬਲਮ ਨਾ ਹੋਵੇ। ਸੋ ਮੇਰੇ ਖਿਆਲ ਦੇ ਵਿੱਚ ਦਰਸ਼ਕਾਂ ਨੂੰ ਹੁਣ ਸਮਝ ਪੈ ਗਈ ਹੋਏਗੀ ਸਿੰਪਲ ਭਾਸ਼ਾ ਦੇ ਵਿੱਚ। ਮੇਰੇ ਜੈਸੇ ਪੱਥਰ ਨੂੰ ਤੁਸੀਂ ਸਮਝਾ ਸਕੋ ਤਾਂ ਹੀ ਦਰਸ਼ਕਾਂ ਨੂੰ ਸਮਝ ਆਏਗੀ। ਅਗਲੇ ਹਫਤੇ ਅੱਜ ਹੀ ਦੇ ਦਿਨ, ਅੱਜ ਹੀ ਦੇ ਸਮੇਂ ਅਸੀਂ ਇੱਕ ਵਾਰ ਫਿਰ ਹਾਜ਼ਰ ਹੋ ਜਾਵਾਂਗੇ। ਤਦ ਤੱਕ ਤੁਹਾਡੀ ਇਮੀਗ੍ਰੇਸ਼ਨ ਦੇ ਕਿਸੇ ਤਰ੍ਹਾਂ ਦੇ ਕੋਈ ਵੀ ਸਵਾਲ ਹੈ ਔਰ ਤੁਹਾਡੇ ਫੈਮਿਲੀ ਲਾਅ ਦੀ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮਸ ਹੈ, ਅਸੀਂ ਪ੍ਰੇਅਰ ਕਰਦੇ ਰਹਾਂਗੇ ਉਹ ਸਾਰਾ ਕੁਝ ਸੌਟ ਆਊਟ ਹੋ ਜਾਏ। ਲੇਕਿਨ ਇਸ ਦੁਨੀਆ 'ਚ ਕੋਈ ਕਾਨੂੰਨ ਨਾਮ ਦੀ ਚੀਜ਼ ਵੀ ਹੈ, ਨਹੀਂ ਸੌਟ ਆਊਟ ਹੋ ਸਕता ਜਦ तक कि दलजीत वकील जैसे माहिर वकील ਤੁਹਾਡੇ ਨਾਲ ਨਾ ਹੋਣ। ਇਸ ਕਰਕੇ ਸੰਗਤ ਟੀਵੀ ਨੂੰ ਦੇਖਦੇ ਰਹੋ ਤਦ ਤੱਕ ਜਦ ਤੱਕ ਕਿ ਅਸੀਂ ਲौट के नहीं आते। संगत टीवी स्काई चैनल 769 एंड लीगल गाइडेंस प्रोग्राम वालों और डेल्सन सोलिसिटर के माहिर वकील दलजीत जी वालों और विकी गिल वालों सारे देखने वाले भरावां और भैणां नूं ऑल दी बेस्ट कहते हुए थैंक यू।